ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਸ਼ਬਦੀਪ ਜੀ ਚੰਡੀਗੜ੍ਹ ਤੋਂ ਤੇ ਅਜੀਤ ਜੀ ਕੈਲਗਰੀ ਤੋਂ। ਸਵਾਗਤ ਹੈ ਜੀ ਤੁਹਾਡਾ ਭਖ ਦੀਆਂ ਖਬਰਾਂ ਵਿੱਚ। ਤੇ ਨਾਲ ਹੀ ਮੇਰੇ ਨਾਲ ਜੁੜ ਚੁੱਕੇ ਨੇ ਸੀਪੀ ਜੀ ਚੰਡੀਗੜ੍ਹ ਤੋਂ ਤੇ ਟਾਂਡੀ ਮੰਗਤਾ ਜੀ ਵੈਨਕੂਵਰ ਤੋਂ। ਸਵਾਗਤ ਹੈ ਜੀ ਤੁਹਾਡਾ ਵੀ ਸ਼ੋਅ ਦੇ ਵਿੱਚ। ਥੈਂਕ ਯੂ ਭਾਜੀ, ਥੈਂਕ ਯੂ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਭਖ ਦੀਆਂ ਖਬਰਾਂ ਦੇ ਵਿੱਚ ਅਸੀਂ ਆਲਵੇਜ਼ ਉਹ ਟੌਪਿਕ ਲੈਂਦੇ ਹਾਂ ਜਿਨ੍ਹਾਂ ਦੇ ਉੱਪਰ ਸਾਡੀ ਖਾਸ ਕਮਿਊਨਿਟੀ ਦੀ ਨਜ਼ਰ ਹੁੰਦੀ ਹੈ ਜਾਂ ਜਿਹੜਾ ਸਬਜੈਕਟ ਬਹੁਤ ਜ਼ਰੂਰੀ ਹੁੰਦਾ ਕਿ ਵਿਚਾਰ ਚਰਚਾ ਦੇ ਅਧੀਨ ਲਿਆਂਦਾ ਜਾਵੇ। ਜੇ ਆਪਾਂ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਇਸ ਵੇਲੇ ਮੁੱਦਾ ਚੱਲ ਰਿਹਾ 10 ਤਰੀਕ ਨੂੰ ਸਰਬੱਤ ਖਾਲਸਾ ਜੋ ਕਿ ਭਾਗੀ ਵਾਂਡਰ ਪਿੰਡ ਜਿਹੜਾ ਤਲਵੰਡੀ ਸਾਬੋ ਵਿਖੇ ਹੋਣ ਜਾ ਰਿਹਾ, ਉਹਨੂੰ ਲੈ ਕੇ ਸਭ ਤੋਂ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਟੈਨਸ਼ਨ ਵੀ ਹੈਗੀ ਆ, ਚਰਚਾ ਵੀ ਹੈਗੀ ਆ। ਸਰਕਾਰ ਜਿਹੜੀ ਹੈਗੀ ਆ ਉਹ ਇਨਕਾਰ ਕਰ ਚੁੱਕੀ ਆ ਕਿ ਇਸ ਵਾਰ ਦੇ ਸਰਬੱਤ ਖਾਲਸਾ ਜੋ ਹੋਣ ਜਾ ਰਿਹਾ ਉਹਨੂੰ ਪਰਮਿਸ਼ਨ ਨਹੀਂ ਦੇਣਗੇ। ਦੁਹਾਈ ਜਿਹੜੀ ਦਿੱਤੀ ਜਾ ਰਹੀ ਆ ਉਹ ਪੰਜਾਬ ਦੇ ਮਾਹੌਲ ਨੂੰ ਲੈ ਕੇ ਦਿੱਤੀ ਜਾ ਰਹੀ ਕਿ ਪੰਜਾਬ ਦਾ ਮਾਹੌਲ ਵਿਗੜ ਸਕਦਾ। ਕਾਰਨ ਇਹਦੇ ਕੋਈ ਵੀ ਹੋ ਸਕਦੇ ਆ, ਸਿਆਸੀ ਵੀ ਹੋ ਸਕਦੇ ਆ, ਗੈਰ ਸਿਆਸੀ ਵੀ ਹੋ ਸਕਦੇ ਆ, ਪਰ ਸਰਕਾਰ ਦਾ ਰਵੱਈਆ ਬਹੁਤ ਹੀ ਅੜੀਅਲ ਤੇ ਸਖਤ ਹੈ ਇਸ ਵਾਰੀ ਕਿ ਉਹ ਸਰਬੱਤ ਖਾਲਸਾ ਨੂੰ ਨਹੀਂ ਹੋਣ ਦੇਵੇਗੀ। ਜਦ ਕਿ ਸਰਬੱਤ ਖਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ, ਪੰਜ ਪਿਆਰੇ ਸਾਹਿਬਾਨ ਤੇ ਤਖਤਾਂ ਦੇ ਜਥੇਦਾਰ ਜੋ ਪਿਛਲੇ ਸਰਬੱਤ ਖਾਲਸਾ ਜੋ ਕਿ ਪਿਛਲੇ ਸਾਲ 2015 ਵਿੱਚ 11 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਇਆ ਸੀ, ਉੱਥੋਂ ਥਾਪੇ ਗਏ ਜਥੇਦਾਰਾਂ ਵੱਲੋਂ ਇਸ ਸਰਬੱਤ ਖਾਲਸੇ ਦੀ ਜਿਹੜੀ ਘੋਸ਼ਣਾ ਕੀਤੀ ਗਈ ਸੀ ਔਰ ਤਿਆਰੀ ਵੀ ਲਗਭਗ ਜਿਹੜੀ ਹੋ ਚੁੱਕੀ ਸੀ, ਪਰ ਸਰਕਾਰ ਵੱਲੋਂ ਐਨ ਮੌਕੇ ਤੇ ਆ ਕੇ ਪਰਮਿਸ਼ਨ ਨਾ ਦੇਣਾ ਇੱਕ ਬਹੁਤ ਵੱਡੀ ਜਿਹੜੀ ਦੁਵਿਧਾ ਤੇ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਆ ਪੰਜਾਬ ਦੇ ਵਿੱਚ। ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ, ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਹੁਣੀ ਵੀ ਇਹਦੇ ਵਾਸਤੇ ਕਾਫੀ ਜ਼ੋਰ ਲਗਾ ਰਹੇ ਨੇ ਤੇ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਹੈਗੀ ਪਟੀਸ਼ਨ ਦਾਇਰ ਕੀਤੀ ਗਈ ਜਿਹਦੀ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਹਾਈ ਕੋਰਟ ਦੇ ਫੈਸਲੇ ਦਾ ਵੀ ਜਿਹੜਾ ਸਮਝ ਵਿੱਚ ਆਏਗਾ ਕਿ ਕੀ ਉਹ ਸਰਬੱਤ ਖਾਲਸਾ ਹੋਣ ਵਾਸਤੇ ਪਰਮਿਸ਼ਨ ਦਿੰਦਾ ਹੈ ਜਾਂ ਨਹੀਂ ਦਿੰਦਾ ਹੈ। ਜਿਹੜੀ ਤਾਜ਼ਾ ਖਬਰ ਹੈ ਉਹਦੇ ਮੁਤਾਬਕ ਇਹ ਹੈ ਕਿ ਸਰਬੱਤ ਖਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ ਦੇ ਕਰੀਬ ਜੇ ਸਰਕਾਰੀ ਤੌਰ ਤੇ ਅੰਕੜੇ ਦੇਖੇ ਜਾਣ ਤਾਂ ਉਹਨਾਂ ਨੇ ਕਿਹਾ ਹੈ ਕਿ 200 ਦੇ ਕਰੀਬ ਜਿਹੜੇ ਪ੍ਰਤੀਨਿਧ ਜਾਂ ਲੀਡਰ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਭਾਈ ਧਿਆਨ ਸਿੰਘ ਜੀ ਮੰਡ ਜੋ ਕਿ ਕਾਰਜਕਾਰੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ। ਪਟਿਆਲੇ ਤੋਂ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਗਿਆ। ਇਸੇ ਤਰੀਕੇ ਨਾਲ ਬਾਕੀ ਬਹੁਤ ਸਾਰੇ ਸਰਬੱਤ ਖਾਲਸਾ ਨਾਲ ਜੁੜੇ ਹੋਏ ਜਾਂ ਸ਼ਖਸੀਅਤਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਨੇ ਉਹ ਪੁਲਿਸ ਨੂੰ ਚਕਮਾ ਦੇ ਕੇ ਹਰਿਆਣੇ ਵਿੱਚ ਜਾਣ ਵਿੱਚ ਸਫਲ ਹੋ ਗਏ ਨੇ ਤੇ ਉਹ ਇੰਤਜ਼ਾਰ ਕਰਨਗੇ ਕੱਲ੍ਹ ਨੂੰ ਹਾਈ ਕੋਰਟ ਦੇ ਫੈਸਲੇ ਦਾ। ਪਰ ਜੇ ਆਪਾਂ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ, ਜੇ ਦਾਦੂਵਾਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ 1500 ਤੋਂ ਜ਼ਿਆਦਾ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਜ਼ਰਬੰਦ ਕੀਤਾ ਗਿਆ ਹੈ। ਔਰ ਜੇ ਆਪਾਂ ਗੱਲ ਕਰੀਏ ਉਸ ਵੈਨਿਊ ਦੀ ਜਿੱਥੇ ਸਰਬੱਤ ਖਾਲਸਾ ਹੋਣ ਜਾ ਰਿਹਾ ਸੀ, ਉੱਥੇ ਪੁਲਿਸ ਨੇ ਜਿਹੜੇ ਟੈਂਟ ਲੱਗੇ ਸੀ ਉਹ ਟੈਂਟ ਉੱਥੋਂ ਉਖਾੜ ਦਿੱਤੇ ਆ, ਪੱਟ ਦਿੱਤੇ ਆ ਤੇ ਉੱਥੇ ਪੁਲਿਸ ਇੰਨੀ ਹੈ ਕਿ ਇੱਕ ਪੁਲਿਸ ਦੀ ਛਾਉਣੀ ਵਾਂਗੂ ਮਾਹੌਲ ਉੱਥੇ ਬਣਿਆ ਹੋਇਆ। ਕਾਰਨ ਕੋਈ ਵੀ ਹੋਵੇ, ਸਿੱਖ ਜਥੇਬੰਦੀਆਂ ਆਪਣਾ ਫੈਸਲਾ ਪਿੱਛੇ ਲੈਣ ਨੂੰ ਤਿਆਰ ਨਹੀਂ ਹੈਗੀਆਂ। ਉਹਨਾਂ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਉਹ ਕਰਵਾ ਕੇ ਰਹਿਣਗੇ, ਪਰ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਹੋਇਆ ਕਿ ਇਸ ਵਾਰ ਦਾ ਇਹ ਸਰਬੱਤ ਖਾਲਸਾ ਹੋਣ ਨਹੀਂ ਦਿੱਤਾ ਜਾਵੇਗਾ। ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂਗਾ ਜੀ ਅਜੀਤ ਜੀ ਤੋਂ। ਅਜੀਤ ਜੀ, ਪਿਛਲੇ ਸਾਲ ਜਦੋਂ ਸਰਬੱਤ ਖਾਲਸਾ ਹੋਇਆ, ਜੇ ਆਪਾਂ ਅਮਨ ਕਾਨੂੰਨ ਦੀ ਗੱਲ ਕਰੀਏ, ਜੇ ਆਪਾਂ ਹਾਲਾਤ ਵਿਗੜਨ ਦੀ ਗੱਲ ਕਰੀਏ ਤਾਂ ਜਦੋਂ 2015 ਵਿੱਚ ਸਰਬੱਤ ਖਾਲਸਾ ਹੋਇਆ ਸੀਗਾ, ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਸਿੱਖ ਪੂਰੇ ਜਗਤ ਦੇ ਵਿੱਚ ਰੋਸ਼ ਵਿੱਚ ਵੀ ਸੀਗਾ ਔਰ ਗੁੱਸੇ ਵਿੱਚ ਵੀ ਸੀ। ਜੇ ਪੰਜਾਬ ਦੇ ਸਿੱਖਾਂ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਗੁੱਸਾ ਤੇ ਬਹੁਤ ਸਾਰਾ ਰੋਸ਼ ਉਸ ਵੇਲੇ ਸਿੱਖਾਂ ਦੇ ਵਿੱਚ ਸੀਗਾ, ਪਰ ਉਸ ਵੇਲੇ ਸਰਕਾਰ ਵੱਲੋਂ ਸਰਬੱਤ ਖਾਲਸਾ ਨੂੰ ਪਰਮਿਸ਼ਨ ਦੇ ਦੇਣੀ ਔਰ ਅੱਜ 2016 ਵਿੱਚ ਸਰਬੱਤ ਖਾਲਸਾ ਨੂੰ ਪਰਮਿਸ਼ਨ ਨਾ ਦੇਣੀ, ਇਹ ਕੁਛ ਬਹੁਤੀ ਗੱਲ ਜਿਹੜੀ ਹੈਗੀ ਆ ਮੇਰੇ ਤੇ ਖਾਸ ਤੌਰ ਤੇ ਜੇ ਪਰਸਨਲ ਤੌਰ ਤੇ ਦੱਸਾਂ ਤੇ ਮੈਨੂੰ ਕੋਈ ਖਾਸ ਹਜਮ ਨਹੀਂ ਹੁੰਦੀ। ਤੁਹਾਡਾ ਕੀ ਮੰਨਣਾ ਜੀ? ਜੇ ਤੁਸੀਂ ਸਾਰੀ ਗੱਲ ਦਾ ਨਿਚੋੜ ਚਾਹੁੰਦੇ ਹੋ ਤਾਂ ਇਹ ਹੈ ਕਿ ਜੇ ਕਿਸੇ ਦੇ ਘਰ
ਦਾਣਿਆਂ ਦੀ ਘਾਟ ਹੋਵੇ, ਉਹਦਾ ਚੰਗਾ ਗੁਆਂਢੀ ਹੋਵੇ, ਤਾਂ ਉਹ ਦਾਣਿਆਂ ਦੀ ਬੋਰੀ ਉਹਦੇ ਘਰ ਸਿੱਟ ਸਕਦਾ ਹੈ। ਪਰ ਜਦੋਂ ਕੋਈ ਸਮਝ ਦੀ ਘਾਟ ਹੋ ਜਾਵੇ ਨਾ, ਤਾਂ ਮੇਰਾ ਖਿਆਲ ਹੈ ਉਹਨਾਂ ਦੀ ਉੱਥੇ ਕੋਈ ਕੁਝ ਨਹੀਂ ਮਦਦ ਕਰ ਸਕਦਾ। ਜੋ ਨੁਕਸਾਨ ਸਿਆਸੀ ਤੌਰ ਤੇ ਅਕਾਲੀ ਦਲ ਨੂੰ ਔਰ ਸਰਕਾਰ ਨੂੰ ਸਰਬੱਤ ਖਾਲਸਾ ਹੋਣ ਤੋਂ ਬਾਅਦ ਹੋ ਸਕਦਾ ਸੀ, ਉਹਦੇ ਨਾਲੋਂ ਵੱਡਾ ਸਿਆਸੀ ਨੁਕਸਾਨ ਅਕਾਲੀ ਦਲ ਨੇ ਤੇ ਸਰਕਾਰ ਨੇ ਸਰਬੱਤ ਖਾਲਸਾ ਨੂੰ ਰੋਕ ਕੇ ਕਰਵਾ ਲੈਣਾ ਹੈ। ਔਰ ਫਿਰ ਉਸ ਤੋਂ ਬਾਅਦ ਰੋਕਣ ਦਾ ਕਾਰਨ ਮਤਲਬ ਫਾਇਦਾ ਕੀ ਹੋਏਗਾ? ਜਿਨ੍ਹਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਸਕਦੀ ਸੀ, ਜਿਹੜੇ ਮੁੱਦਿਆਂ ਤੇ ਸਵਾਲ ਪੁੱਛੇ ਜਾ ਸਕਦੇ ਸੀ, ਜੇ ਇਹ 1000-2000 ਬੰਦਿਆਂ ਨੂੰ ਗ੍ਰਿਫਤਾਰ ਵੀ ਕਰ ਲੈਂਦੇ ਨੇ, ਤਾਂ ਜਿਹੜੇ ਕਈ ਹਜ਼ਾਰ ਕਈ ਲੱਖ ਵੀ ਹੋ ਸਕਦੇ ਨੇ ਬੰਦਿਆਂ ਦੇ ਮਨਾਂ ਦੇ ਵਿੱਚ ਉਹ ਸਵਾਲ ਹੈਗੇ ਨੇ, ਔਰ ਰੋਕਣ ਦੇ ਨਾਲ ਉਹ ਹੋਰ ਜ਼ਿਆਦਾ ਬੰਦਿਆਂ ਦੇ ਮਨ ਦੇ ਵਿੱਚ ਇੱਕ ਨਵਾਂ ਸਵਾਲ ਖੜਾ ਹੋ ਜਾਊਗਾ ਕਿ ਸਰਕਾਰ ਜਿਹੜੀ ਹੈਗੀ ਉਹ ਆਪਣਾ ਜ਼ਬਰ ਕਿਉਂ ਕਰ ਰਹੀ ਹੈ, ਤਾਂ ਉਹ ਉਸ ਚੀਜ਼ ਨੂੰ ਕਿਵੇਂ ਰੋਕਿਆ ਜਾਊਗਾ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਬੱਤ ਖਾਲਸਾ ਨੂੰ ਰੋਕਣ ਦਾ ਜਿਹੜਾ ਹੈਗਾ ਫੈਸਲਾ ਲਿਆ ਪੰਜਾਬ ਸਰਕਾਰ ਨੇ, ਉਹ ਬਹੁਤ ਮੰਦਭਾਗਾ ਵੀ ਹੈ ਔਰ ਸਿਆਸੀ ਤੌਰ ਤੇ ਬਹੁਤ ਸਰਕਾਰ ਤੇ ਅਕਾਲੀ ਦਲ ਬਾਦਲ ਵਾਸਤੇ ਨੁਕਸਾਨਦੇਹ ਵੀ ਹੈਗਾ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਬਾਹਰ ਆ ਜਾਣ ਦੇਣਾ, ਲੋਕਾਂ ਨੂੰ ਆਪਣੀ ਭਾਵਨਾਵਾਂ ਵਿਅਕਤ ਕਰਨ ਦੀ ਆਜ਼ਾਦੀ ਦੇ ਦੇਣਾ, ਉਸ ਤੋਂ ਚੰਗਾ ਤਰੀਕਾ ਪੋਲਿਟਿਕਸ ਕਰਨ ਦਾ ਡੈਮੋਕ੍ਰੇਸੀ 'ਚ ਕੋਈ ਹੋ ਨਹੀਂ ਸਕਦਾ ਹੈਗਾ। ਕੁਝ ਖੜੇ ਹੁੰਦੇ, ਉਹਨਾਂ ਦਾ ਜਵਾਬ ਲੋਕ ਢੂੰਡਦੇ, ਕਿੰਨਾ ਕੁ ਸਰਬੱਤ ਖਾਲਸਾ ਵਾਲੇ ਆਪਣੇ ਮਕਸਦ ਦੇ ਵਿੱਚ ਸਹੀ ਨੇ ਜਾਂ ਉਸ ਮਕਸਦ ਨੂੰ ਪ੍ਰਾਪਤ ਕਰਨ ਵਿੱਚ ਸਹੀ ਨੇ, ਉਹਦੀ ਪੜਚੋਲ ਲੋਕ ਕਰਦੇ। ਉਹਨਾਂ ਨੂੰ ਸਾਰੀਆਂ ਗੱਲਾਂ ਤੋਂ ਫਾਰਗ ਕਰ ਲਿਆ ਇਹਨਾਂ ਨੇ। ਅਕਾਲੀ ਦਲ ਬਾਦਲ ਨੇ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਸੀ, ਬਿਨਾਂ ਕੁਝ ਕੀਤੇ ਸਿਆਸੀ ਤੌਰ ਤੇ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ, ਤੇ ਅਕਾਲੀ ਦਲ ਉਸ ਚੀਜ਼ ਦਾ ਨੁਕਸਾਨ ਉਠਾ ਲੇਗਾ ਤੇ ਸੰਦੇਸ਼ ਇਹ ਦੇ ਦੇਗਾ ਕਿ ਸਰਕਾਰ ਜ਼ਬਰ ਕਰ ਰਹੀ ਹੈ। ਮੈਨੂੰ ਨਹੀਂ ਸਮਝ ਆਉਂਦੀ ਹੈਗੀ ਕਿ ਇਹ ਕਿਹੋ ਜਿਹਾ ਫੈਸਲਾ ਅਕਾਲੀ ਦਲ ਕਿਸ ਸਮਝ ਨਾਲ ਕਰ ਰਿਹਾ। ਜੀ, ਮੇਰੇ ਨਾਲ ਟਾਂਡੀ ਮੰਗਤਾ ਜੀ ਜੁੜੇ ਹੋਏ ਨੇ ਵੈਨਕੂਵਰ ਤੋਂ। ਟਾਂਡੀ ਜੀ, ਤੁਹਾਡਾ ਕੀ ਮੰਨਣਾ ਜੀ, ਸਰਕਾਰ ਦਾ ਇਹ ਫੈਸਲਾ ਇਸ ਵਾਰ ਸਰਬੱਤ ਖਾਲਸਾ ਨਹੀਂ ਹੋਣ ਦੇਣਾ, ਕਿੰਨਾ ਕੁ ਸਹਿਮਤ ਹੋ? ਦੇਖੋ ਜੀ, ਮੈਂ ਤੁਹਾਨੂੰ ਇਹ ਦੱਸਾਂ ਵੀ ਮੈਂ ਪਹਿਲੀ ਚੀਜ਼ ਤਾਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਵੀ ਸਰਬੱਤ ਖਾਲਸਾ ਹੈ ਕੀ ਆ। ਪਹਿਲਾਂ ਤਾਂ ਮੈਂ ਇਹ ਗੱਲ ਸਪਸ਼ਟ ਕਰ ਦੇਵਾਂ, ਇਹ ਜੀ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠਾਂ ਜਦੋਂ ਸੀਗਾ ਨਾ, ਜਿੱਦਾਂ ਉਦੋਂ ਲੜਾਈ ਪੜ੍ਹਾਈ ਬਹੁਤ ਹੁੰਦੀ ਸੀਗੀ, ਜਿੱਦਾਂ ਮੁਗਲ ਆ ਜਾਂਦੇ ਸੀਗੇ, ਇਹ ਉਹਨੇ ਬਣਾਈ ਸੀ ਮਿਸਲਾਂ ਇਕੱਠੀਆਂ ਕਰਕੇ 11। ਇੱਕ ਪਟਿਆਲਾ ਦੀ ਆਲਾ ਸਿੰਘ ਦੀ ਮਿਸਲ ਸੀ, ਉਹਨੂੰ ਨਹੀਂ ਉਹਨੇ ਸ਼ਾਮਲ, ਉਹਨੇ ਨਹੀਂ ਭਾਗ ਲਿਆ ਸੀ ਇਹਦੇ ਵਿੱਚ। 11 ਮਿਸਲਾਂ ਨੇ ਮਤਾ ਪਾਸ ਕੀਤਾ ਸੀ 1748 ਦੇ ਵਿੱਚ ਵੀ ਸਰਬੱਤ ਖਾਲਸਾ ਜਿਹੜਾ ਆ ਉਹ ਕਾਇਮ ਕੀਤਾ ਜਾਊਗਾ ਸਿੱਖ ਕੌਮ ਦੇ ਵਿੱਚ। ਫਿਰ ਗਾਂਹ ਜਾ ਕੇ ਇਹ ਸਰਬੱਤ ਖਾਲਸਾ ਹੁੰਦਾ ਵੀ ਆ, ਜਿੱਦਾਂ ਵੀ ਆਸ-ਪਾਸ ਜਿੱਦਾਂ ਕਹਿ ਲਓ ਵੀ 1762 ਦੇ ਵਿੱਚ। ਤੇ ਇਹ ਜਿਹੜੀ ਬਹੁਤ ਵੱਡੀ ਜਿੱਦਾਂ ਕਹਿ ਲਓ ਸਿੱਖਾਂ ਦੀ ਇੱਕ ਸਰਬੱਤ ਖਾਲਸਾ ਜਿਹੜੀ ਆ, ਇੱਕ ਸਪਿਰਿਟ ਵੱਲੋਂ ਮੈਂ ਤਾਂ ਕਹੂੰਗਾ ਵੀ ਇੱਕ ਜਾਣੀ ਜਾਂਦੀ ਆ ਇਹ। ਤੇ ਇਹ ਹਮੇਸ਼ਾ ਹੀ ਜਿਹੜੀ ਆ, ਮੈਂ ਤਾਂ ਇਹ ਮੇਰੇ ਵਿਚਾਰ ਇਹ ਡਿਫਰੈਂਟ ਵੀ ਹੋ ਸਕਦੇ ਆ ਵੀ ਜਿਹੜੀ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਨਾ ਵੀ ਜਿੱਦਾਂ ਵੀ ਸ਼ਹਿਨਸ਼ਾਹ ਅਬਦਾਲੀ ਉਹ 3 ਵਾਰੀ ਉੱਥੇ ਆਇਆ ਸੀ, ਤਾਂ 3 ਵਾਰੀ ਢਾਹ ਕੇ ਤਾਂ ਉੱਥੇ ਗਊਆਂ ਸਿੱਟ ਦਿੱਤੀਆਂ ਸੀ ਉਹਨੇ। ਤੇ ਉਹ ਤੋਂ ਬਾਅਦ ਜੇ ਇਹ ਸਰਬੱਤ ਖਾਲਸੇ ਕਈ ਹੋਏ ਆ ਤੇ ਉਹ ਅੰਮ੍ਰਿਤਸਰ ਹੀ ਹੋਏ ਆ। ਦਰਬਾਰ ਸਾਹਿਬ ਜਦੋਂ ਵੀ ਸਿੱਖਾਂ ਤੇ ਬਹੁਤ ਜ਼ਿਆਦਾ ਭਾਰੀ ਪੈਂਦੀ ਆ, ਜਿੱਦਾਂ ਹੁਣ ਇਸ ਵੇਲੇ ਵੀ ਭਾਰੀ ਆ, ਬਹੁਤ ਜ਼ਿਆਦਾ ਨਸ਼ੇ ਦਾ ਰੁਝਾਨ, ਜਿੱਦਾਂ ਹਰ ਰੋਜ਼ ਗੱਲਾਂ ਕਰਦੇ ਸਾਡੀ ਸਿੱਖੀ ਤੋਂ ਦੂਰ ਚੱਲ ਗਏ, ਜਿਹੜੀ ਜਿੱਦਾਂ ਵੀ ਨੌਜਵਾਨ ਪੀੜ੍ਹੀ ਆ ਗਹਿੰਗਾਂ 'ਚ ਪੈ ਗਈ ਆ, ਉਸੇ ਹਿਸਾਬ ਦਾ ਵੀ ਭਾਰੀ ਉਹੀ ਚੀਜ਼ ਆ। ਤੇ ਉਦੋਂ ਵੀ ਉਹੀ ਭਾਰੀਆਂ ਹੁੰਦੀਆਂ ਸੀ, ਪੈਂਦੀਆਂ ਸਿੱਖ ਕੌਮ ਤੇ ਹਮੇਸ਼ਾ ਹੀ ਇੱਥੇ ਹੁੰਦਾ ਰਿਹਾ। ਫਿਰ 1986 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਆ, ਉਸ ਤੋਂ ਬਾਅਦ 1986 ਦੇ ਵਿੱਚ ਜਨਵਰੀ ਦੇ ਮਹੀਨੇ ਇਹ ਹੁੰਦਾ ਸਰਬੱਤ ਖਾਲਸਾ ਬਹੁਤ ਕਾਮਯਾਬੀ ਦੇ ਨਾਲ। ਉਦੋਂ ਵੀ ਰਣਜੀਤ ਸਿੰਘ ਬਰਨਾਲਾ ਦੀ ਸਰਕਾਰ ਸੀਗੀ, ਉਹਨੇ ਜਿੱਦਾਂ ਵੀ ਉਹਨੇ ਕੋਸ਼ਿਸ਼ ਕੀਤੀ ਇਹਨੂੰ ਰੋਕਣ ਦੀ। ਉਹਦੇ ਵਿੱਚ ਚੰਦੂ ਮਾਜਰਾ, ਗਗਨਜੀਤ ਜਿਹੜਾ ਸਰਜੀਤ ਸਿੰਘ ਦਾ ਮੁੰਡਾ ਆ, ਉਹਨੇ ਉੱਥੇ ਜਾ ਕੇ ਜਿੱਦਾਂ ਆਪਣਾ ਰੋਕ ਨਾਲ ਲੈ ਕੇ ਬੰਦੇ ਨਾਲ ਲੈ ਕੇ ਚਲ ਗਏ ਉੱਥੇ ਦਰਬਾਰ ਸਾਹਿਬ। ਗੋਲੀ ਸਿੱਕੇ ਦੀ ਜਿਹੜੀ ਵਰਤੋਂ ਕੀਤੀ ਗਈ ਰੁਕ ਤੇ ਜਾਣੀ ਜਾਂਦੀ ਆ ਇਹ। ਤੇ ਹੈਲੋ 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 ਜੀ,
ਹਾਂਜੀ ਹਾਂਜੀ ਟਾਂਡੀ ਸਾਹਿਬ ਤੁਸੀਂ ਹਾਂਜੀ ਹਾਂਜੀ ਦੇਖੋ ਜੀ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਉੱਥੇ ਵੀ ਚੰਦੂ ਮਾਜਰੇ ਸਾਹਿਬ ਦਾ ਜਿਹੜਾ ਰੋਲ ਸੀ, ਗਗਨਜੀਤ ਦਾ ਰੋਲ ਸੀ, ਇਹਨਾਂ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬੰਦਿਆਂ ਨੇ ਆਲਰੇਡੀ ਆ ਜਿਹੜੀ ਫੈਡਰੇਸ਼ਨ ਸੀ ਉਹਨਾਂ ਤੋਂ ਰਫਲਾਂ ਖੋਹੀਆਂ ਗਈਆਂ ਇਹਨਾਂ ਦੇ ਕੋਲੋਂ, ਇਹ ਰੋਕਣ ਗਏ ਸੀਗੇ, ਇਹਨਾਂ ਦੇ ਉਹ ਕਾਮਯਾਬ ਨਹੀਂ ਹੋ ਸਕੇ। ਉਹਨਾਂ ਨੇ ਆਪਣਾ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਨਹੀਂ ਬਣਾਤਾ, ਉਹ ਕਾਮਯਾਬ ਰਿਹਾ। ਜਿੱਦਾਂ ਕਹਿ ਲਓ ਵੀ ਸਮਰਥ ਖਾਲਸਾ, ਮੈਂ ਉਹਨੂੰ ਕਾਮਯਾਬ ਕਹਿੰਦਾ ਇਸ ਲਈ। ਤੇ ਜਿਹੜਾ ਆ ਪਿਛਲੇ ਪਾਸੇ ਜਿਹਦਾ ਪਿੱਛੇ ਹੋ ਕੇ ਗਿਆ ਜਾਂ 2015 ਚ ਹੋਇਆ, ਉਹ ਕਾਮਯਾਬ ਨਹੀਂ ਰਿਹਾ, ਉਹ ਹਾਈਜੈਕ ਹੋ ਗਿਆ। ਸਾਨੂੰ ਹਮੇਸ਼ਾ ਹੀ ਦਰਬਾਰ ਸਾਹਿਬ ਦੇ ਵਿੱਚ ਮੈਂ ਤਾਂ ਚਾਹੁੰਦਾ ਵੀ ਉੱਥੇ ਸਮਰਥ ਖਾਲਸਾ ਹੋਣਾ ਚਾਹੀਦਾ। ਟਾਂਡੀ ਸਾਹਿਬ ਤੁਸੀਂ ਪਹਿਲਾਂ ਆਪਣਾ ਓਪਨਿੰਗ ਕਮੈਂਟ ਮੈਨੂੰ ਅੱਜ ਦੇ ਇਸ ਸਵਾਲ ਤੇ ਦੇ ਦਿਓ, ਫਿਰ ਆਪਾਂ ਲੰਬੀ ਡਿਸਕਸ਼ਨ ਵਿੱਚ ਆਉਨੇ ਆ ਜੀ। ਹਾਂਜੀ ਦੇਖੋ ਜੀ, ਇਹ ਮੈਂ ਕਹਿੰਦਾ ਵੀ ਓਪਨਿੰਗ ਇਹ ਆ ਵੀ ਜਿਹੜਾ ਇਹ ਸਮਰਥ ਖਾਲਸਾ ਜੇ ਤਾਂ ਇਹ ਰਾਜਨੀਤਿਕ ਦੇ ਤੌਰ ਤੇ ਹੋ ਰਿਹਾ, ਜਿੱਦਾਂ 200 ਏਕੜ ਦਾ ਜਿਹੜਾ ਇਹ ਨਹੀਂ ਲਿਆਇਆ ਉੱਥੇ, ਜਿੱਦਾਂ ਕਹਿ ਲਓ ਵੀ ਸਰਕਾਰ ਉਹੀ ਵਜ੍ਹਾ ਉਹੀ ਆ ਜੀ, ਸਰਜੀਤ ਸਿੰਘ ਬਰਨਾਲੇ ਵਾਲੀ ਸਰਕਾਰ ਵਾਲਾ ਹੀ ਕੰਮ ਬਾਦਲ ਸਰਕਾਰ ਕਰ ਲਈ। ਇਹ ਮੈਂ ਜੀਤ ਸਿੰਘ ਨਾਲ ਸਹਿਮਤ ਆ ਵੀ ਸ਼ਾਇਦ ਬੈਕ ਫਾਇਰ ਕਰ ਜਾਵੇ ਅਕਾਲੀ ਦਲ ਨੂੰ, ਜਿੱਦਾਂ ਵੀ ਕਹਿ ਲਓ ਹੋ ਸਕਦਾ ਵੀ ਜੇ ਉਹ ਇਕੱਠੇ ਹੋਏ, ਜੇ ਪੋਲੀਟਿਕਸ ਦੇ ਵਿੱਚ ਜਿੱਦਾਂ ਵੀ ਨਹੀਂ ਹੋਣ ਦਿੰਦੇ ਆ ਇਹ ਸਿੱਖ ਜਥੇਬੰਦੀਆਂ, ਜਿੱਦਾਂ ਇਹ ਮੈਂ ਮਿਸਲਾਂ ਦਾ ਨਾਂ ਲਿਆ 11 ਦਾ, ਹੁਣ ਵੀ ਮਿਸਲਾਂ ਉਹੋ ਹੀ ਆ, ਹੁਣ ਦੂਜੇ ਤਰ੍ਹਾਂ ਦੀਆਂ ਮਿਸਲਾਂ ਆ, ਬੁੱਢਾ ਦਲ ਆ, ਹੋਰ ਸਾਰੇ ਦਲ ਜੇ ਇਕੱਠੇ ਹੋ ਕੇ ਜਾਂਦੇ ਆ ਤੇ ਕਾਮਯਾਬ ਵੀ ਹੋ ਸਕਦਾ ਆ। ਇਹ ਏਡੀ ਵੱਡੀ ਨਹੀਂ ਗੱਲ, ਤੇ ਤੁਸੀਂ ਵੀ ਗਾਂ ਗੱਲ ਤੋਰੋ ਜੀ। ਫਿਰ ਮੈਂ ਜੀ ਮੇਰੇ ਨਾਲ ਕਾਲਰ ਜੁੜ ਚੁੱਕਿਆ ਜੀ, ਲਾਸਟ 4 ਨੰਬਰ ਹੈ ਜੀ 1170 1170। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਤ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਤੁਸੀਂ? ਹਾਂਜੀ, ਮੇਰਾ ਨਾਮ ਸਰਜੀਤ ਸਿੰਘ ਨਾਗਰਾ ਹੈ ਜੀ। ਤਾਂ ਮੇਰਾ ਇਹ ਹੈ, ਮੈਂ ਅੱਗੇ ਵੀ ਦੱਸਿਆ, ਇਸ ਵਕਤ ਖਾਲਸਾ ਦੀ ਨਹੀਂ ਕਾਮਯਾਬ ਹੋ ਸਕਣਾ ਕਰਕੇ ਜਿਹੜੀ ਗੌਰਮੈਂਟ ਕੰਟਰੋਲ ਵਿੱਚ ਹੋਵੇ ਉਹ ਕਿੱਦਾਂ ਬਈ ਆਪਣੇ ਆਪ ਹੀ ਆਪਣੇ ਵਿਰੁੱਧ ਕੁਝ ਹੋਣ ਦੇ ਦੇਵੇ ਜੀ। ਇਹ ਅੱਗੇ ਵਾਲੇ ਤਾਂ ਹੈ ਨਹੀਂ ਗਏ, ਜਿੱਦਾਂ ਵੀ ਜ਼ਿਆਦਾ ਬਈ ਅਨਾਉਂਸਮੈਂਟਾਂ ਪਹਿਲਾਂ ਕੀਤੀਆਂ, ਅਗਲਿਆਂ ਨੂੰ ਪਹਿਲਾਂ ਪਤਾ ਉਹਨੇ ਤਾਂ ਤੁਹਾਡੇ ਟੈਂਟ ਵੀ ਪਾਰਟੀਸਪੇਟ ਹੈ ਜਿਹੜੀ ਲਾਈਵ ਕਵਰੇਜ ਮੈਂ ਦੇਖੀ ਆ। ਤਾਂ ਜਿਹੜੇ ਇੱਕ ਲੀਡਰ ਇਹਨਾਂ ਦਾ ਹਰਿਆਣੇ ਵਿੱਚ ਵੜ ਗਿਆ ਤੇ ਇੱਕ ਜਾਵੜ, 2 ਲੁਕਿਓਵਾ ਜਿਹੜੇ ਮੇਨ ਲੀਡਰ ਆ। ਤਾਂ ਵੀ ਉਹ ਸਭ ਖਾਲਸਾ, ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਪ੍ਰੋਗਰਾਮ ਤੇ ਦੱਸਿਆ ਸੀ ਵੀ ਇਹ ਕਾਮਯਾਬ ਨਹੀਂ ਹੋ ਸਕਣਾ ਕਰਕੇ ਜਿੰਨਾ ਚਿਰ ਬਾਦਲ ਸਾਹਿਬ ਗੱਦੀ ਦੇ ਬੈਠੇ ਆ, ਉਨੀ ਨਹੀਂ ਕਰਕੇ। ਹੁਣ ਵੀ ਦੱਸੋ, ਬੰਦਾ ਇੰਗਲੈਂਡ ਤੋਂ ਗਿਆ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਜੀ, ਉਹਨਾਂ ਨੂੰ ਪਹਿਲਾਂ ਹੀ ਖਬਰ ਸੀ ਵੀ ਉਹ ਬੰਦਾ ਆ ਰਿਹਾ, ਉਹਨੂੰ ਵੀ ਦਿੱਲੀ ਏਅਰਪੋਰਟ ਤੇ ਚੱਕ ਲਿਆ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਵੀ ਹੁਣ ਇਸ ਵੇਲੇ ਵੀ ਪਹਿਲਾਂ ਤਾਂ ਇਕਜੁੱਟ ਹੋਣਾ ਪੈਣਾ ਆ ਆਪਾਂ ਸਾਰਿਆਂ ਨੂੰ। ਜੇ ਇਸ ਵਕਤ ਖਾਲਸਾ ਹੋਣਾ, ਜੇ ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ, ਅਸੀਂ 5 ਬੰਦੇ ਤਾਂ ਵੀ ਇੱਕ ਕਮਰੇ 'ਚ ਨਹੀਂ ਬੈਠ ਸਕਦੇ। ਮੈਨੂੰ ਇਹ ਦੱਸੋ ਵੀ ਇਸ ਪੋਲੀਟਿਕਸ ਵਿੱਚ ਮੈਂ ਰਿਹਾ ਆ, 5 ਬੰਦੇ ਤੁਸੀਂ ਇੱਕ ਕਮਰੇ 'ਚ ਨਹੀਂ ਬੈਠ ਕੇ ਗੱਲ ਕਰ ਸਕਦੇ, ਤੁਹਾਡੇ ਇਕੱਲੇ ਇਕੱਲੇ ਡਿਫਰੈਂਟ। ਪਰ ਨਾਗਰਾ ਸਾਹਿਬ, ਤੁਹਾਨੂੰ ਕੀ ਲੱਗਦਾ ਹੈ? ਮੇਰਾ ਸਵਾਲ ਇੰਨਾ ਹੈ ਇਸ ਵੇਲੇ ਕਿ ਕੀ ਬਾਦਲ ਸਰਕਾਰ ਠੀਕ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ? ਕਰ ਤਾਂ ਆਪਾਂ ਨੂੰ ਹੁਣ ਵੀ ਸਾਰਿਆਂ ਨੂੰ ਪਤਾ ਵੀ ਗਲਤ ਕਰ ਰਹੀ ਆ ਜੀ, ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਗਲਤ ਉਹ ਵੀ ਕਰ ਰਹੇ ਆ ਕਰਕੇ ਅੱਧੇ ਕਈ ਬੰਦਿਆਂ ਨੂੰ ਤਾਂ ਜਾਣਾ ਹੀ ਨਹੀਂ ਜੀ। ਕਰਕੇ ਵੀ ਇਹਦਾ ਵੀ ਇੱਕ ਵਾਰ ਵੀ ਸਾਰਿਆਂ ਨੂੰ ਫਰੀਡਮ ਹੋਵੇ, ਪਹਿਲਾਂ ਹੀ ਨਹੀਂ ਹੋਣਗੀ, ਬਾਅਦ ਹੀ ਜਾਣਾ ਸੁਪਰੀਮ ਕੋਰਟ, ਹਾਈ ਕੋਰਟ ਕੋਲ। ਪਹਿਲਾਂ ਹੀ ਨਹੀਂ ਕਿਉਂ ਨਹੀਂ ਸੀ ਲਿਆ ਆ ਪਰਮਿਸ਼ਨ? ਗਵਰਨਮੈਂਟ ਇਜਾਜ਼ਤ ਨਹੀਂ ਲੈ ਰਹੀ, ਪ੍ਰਾਈਵੇਟ ਹੈ। ਕਿਉਂਕਿ ਉਹਨਾਂ ਨੇ ਲਾਸਟ ਮੂਮੈਂਟ ਤੇ ਆ ਕੇ ਫਰਾਈਡੇ ਆ ਕੇ ਜਿਹੜੀ ਹੈਗੀ ਆ ਡੀਸੀ ਨੇ ਤੇ ਜਿਹੜਾ ਪੁਲਿਸ ਕਮਿਸ਼ਨਰ ਹੈਗੇ ਉਹਨਾਂ ਨੇ ਮਨਾ ਕੀਤਾ। ਉਸ ਤੋਂ ਬਾਅਦ ਮੇਰਾ ਖਿਆਲ ਇਹ ਕੋਰਟ ਵਿੱਚ ਗਏ ਨੇ। ਨਾਗਰਾ ਸਾਹਿਬ, ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਸਾਡੇ ਨਾਲ ਜੁੜਨ ਵਾਸਤੇ। ਸ਼ਬਦੀਪ ਜੀ, ਤੁਹਾਡਾ ਕੀ ਮੰਨਣਾ ਜੀ? ਸ਼ਬਦੀਪ ਜੀ, ਤੁਸੀਂ ਸੁਣ ਪਾ ਰਹੇ ਜੀ ਮੈਨੂੰ? ਉਹਨਾਂ ਸਰਬੱਤ ਖਾਲਸਾ ਦੀ ਪਰੰਪਰਾ ਨੂੰ ਅੱਜ ਦੇ ਨਾਲ ਜੋੜ ਕੇ ਦੇਖਣਾ 100% ਗਲਤ ਹੈ।
ਕਿਉਂਕਿ ਉਸ ਵੇਲੇ ਸਿੱਖ ਭਾਈਚਾਰੇ ਦੇ ਵਿੱਚ ਪੈਦਾ ਹੋਏ ਵਿਵਾਦ ਲਈ ਪੂਰੀ ਭਾਈਚਾਰੇ ਨੂੰ ਵੱਖ-ਵੱਖ ਉਦੋਂ ਦੀਆਂ ਸੰਸਥਾਵਾਂ ਨੂੰ ਸੰਪਰਦਾਵਾਂ ਨੂੰ ਇਕੱਠੇ ਕਰਕੇ ਵਕਤੀ ਤੌਰ ਦੇ ਉੱਤੇ ਮੰਚ ਉੱਤੇ ਇੱਕ ਜਥੇਦਾਰ ਨਾਮਜ਼ਦ ਕੀਤਾ ਜਾਂਦਾ ਸੀ। ਜੋ ਹੀ ਗੁਰਮਤਾ ਪਾਸ ਹੋ ਜਾਂਦਾ ਸੀ, ਵਿਵਾਦਤ ਮਸਲੇ ਦੇ ਉੱਤੇ ਸਾਂਝੀ ਰਾਏ ਸਾਹਮਣੇ ਆ ਜਾਂਦੀ ਸੀ। ਉਸ ਮੌਕੇ ਦੇ ਉੱਤੇ ਨਾਮਜ਼ਦ ਕੀਤੇ ਹੋਏ ਜਥੇਦਾਰ ਦੀ ਭੂਮਿਕਾ ਉੱਥੇ ਹੀ ਖਤਮ ਹੋ ਜਾਂਦੀ ਸੀ। ਉਸ ਤੋਂ ਬਾਅਦ ਹਰ ਸੰਪਰਦਾ ਦਾ ਆਗੂ ਆਪਣੇ ਤਰੀਕੇ ਦੇ ਨਾਲ ਸਾਂਝੀ ਰਾਏ ਨੂੰ ਅਪਲਾਈ ਕਰਦਾ ਸੀ। ਇਸ ਤੋਂ ਵੱਧ ਉਹਦਾ ਕੋਈ ਰੋਲ ਨਹੀਂ ਸੀ ਹੁੰਦਾ। ਅੱਜ ਦੀ ਤਰੀਕ ਦੇ ਵਿੱਚ ਸਰਬੱਤ ਖਾਲਸੇ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੋ ਗਏ। 1986 ਵਾਲਾ ਵੀ ਸੀ, ਹੁਣ ਜਿਹੜਾ ਹੋਣ ਜਾ ਰਿਹਾ ਇਹ ਵੀ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਹਨੂੰ ਰੋਕਣ ਦੇ ਪਿੱਛੇ ਵੀ ਇੱਕ ਸਿਆਸਤ ਹੈ। ਹਰ ਪਾਸੇ ਨਾ ਜ਼ਰੂਰ ਇਸ ਗੱਲ ਦਾ ਲਿਆ ਜਾ ਰਿਹਾ ਸੋ ਕਾਰਡ ਪੰਥਕ ਜਥੇਬੰਦੀਆਂ ਇਹਨੂੰ ਪੰਥਕ ਰਵਾਇਤਾਂ ਮੁਤਾਬਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਅਕਾਲੀ ਦਲ ਇਹਨੂੰ ਗੈਰ ਪੰਥਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਿਆਸਤ ਤੋਂ ਪ੍ਰੇਰਿਤ ਕਹਿਣ ਦਾ ਯਤਨ ਕਰ ਰਿਹਾ। ਮੇਰੇ ਮੁਤਾਬਕ ਜੇ ਸਿਆਸਤ ਤੋਂ ਪ੍ਰੇਰਿਤ ਵੀ ਹੋਵੇ, ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਔਰ ਇਹਨੂੰ ਮੰਨ ਲੈਣਾ ਵੀ ਚਾਹੀਦਾ ਕਿਸੇ ਹੱਦ ਤੱਕ, ਤਾਂ ਵੀ ਸਰਕਾਰ ਨੂੰ ਇਹ ਕੋਈ ਅਧਿਕਾਰ ਨਹੀਂ ਹੈ ਕਿ ਉਹ ਵੱਖਰੀ ਤਰ੍ਹਾਂ ਦੀ ਸਿਆਸਤ ਨੂੰ ਰੋਕ ਦੇਵੇ। ਸਰਕਾਰ ਨੂੰ ਇਸ ਗੱਲ ਦਾ ਹੱਕ ਜਾਂਦਾ ਕਿ ਸਰਬੱਤ ਖਾਲਸਾ ਹੋਣ ਦਿੱਤਾ ਜਾਵੇ। ਉਹਦੇ ਵਿੱਚ ਪਾਸ ਹੋਏ ਮਤਿਆਂ ਦੀ ਜੋ ਵੀ ਸਰਕਾਰ ਵਿਆਖਿਆ ਕਰਨੀ ਚਾਹੁੰਦੀ ਆ, ਉਸ ਵਿਆਖਿਆ ਨੂੰ ਉਹ ਆਪਣੇ ਤਰੀਕੇ ਦੇ ਨਾਲ ਕਰਨ ਦਾ ਯਤਨ ਕਰੇ। ਪਰ ਇਹ ਇੱਕ ਸੱਚਾਈ ਹੈ ਕਿ ਸਰਬੱਤ ਖਾਲਸਾ ਪੂਰੇ ਪੰਥ ਦੇ ਨਾਂ ਦੇ ਉੱਤੇ ਕੀਤਾ ਜਾਂਦਾ, ਹਰ ਵਾਰ ਕੀਤਾ ਜਾਂਦਾ। 1986 ਵੇਲੇ ਵੀ ਇਦਾਂ ਹੀ ਕੀਤਾ ਗਿਆ ਸੀ। ਪਰ ਜਦੋਂ ਪੂਰੇ ਪੰਥ ਦੀ ਗੱਲ ਕੀਤੀ ਜਾਂਦੀ ਆ, ਪੰਜਾਬ ਦੇ 3 ਤਖਤਾਂ ਦੇ ਜਥੇਦਾਰ ਤਾਂ ਨਾਮਜ਼ਦ ਕਰ ਲਏ ਜਾਂਦੇ। ਕਿਹਾ ਜਾਂਦਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਜਥੇਦਾਰਾਂ ਨੂੰ ਬਰਦਾਸ਼ਤ ਨਹੀਂ ਕਰਦੇ, ਪਰ ਜਦੋਂ ਬਾਹਰਲੇ 2 ਤਖਤਾਂ ਦੀ ਗੱਲ ਆਉਂਦੀ ਉਦੋਂ ਕਹਿੰਦੇ ਉਹਨਾਂ ਦੇ ਬੋਰਡ ਵੱਖਰੇ ਨੇ। ਜਿਹੜੇ ਸਰਬੱਤ ਖਾਲਸਾ ਦੇ ਆਗੂ ਸ਼੍ਰੋਮਣੀ ਕਮੇਟੀ ਨੂੰ ਚੈਲੰਜ ਕਰ ਸਕਦੇ ਨੇ, ਜਿਹੜੀ ਸੰਵਿਧਾਨਕ ਤੌਰ ਦੇ ਉੱਤੇ ਚੁਣੀ ਹੋਈ ਆ, ਉਹਨਾਂ ਨੂੰ ਬਾਹਰਲੇ ਤਖਤਾਂ ਦੇ ਬੋਰਡਾਂ ਨੂੰ ਵੀ ਚੈਲੰਜ ਕਰ ਦੇਣਾ ਚਾਹੀਦਾ। ਪਰ ਪ੍ਰੋਬਲਮ ਇਹੀ ਹੈ ਕਿ ਉੱਥੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਮੇਰੇ ਮੁਤਾਬਕ ਬਾਹਰਲੇ ਤਖਤਾਂ ਦੇ ਉੱਤੇ ਤਾਂ ਜੇ ਅਸੀਂ ਸਿੱਖੀ ਦੀ ਹੀ ਗੱਲ ਕਰਦੇ ਹਾਂ, ਸਰਬੱਤ ਖਾਲਸਾ ਵਾਲੇ ਲੋਕ ਸਿੱਖੀ ਪਰੰਪਰਾ ਦੀ ਹੀ ਗੱਲ ਤੋਰਦੇ ਨੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਬਾਹਰਲੇ ਤਖਤਾਂ ਦੇ ਉੱਤੇ ਆਪਣੀ ਭੂਮਿਕਾ ਜਿਹੜੀ ਉਹ ਵਧੇਰੇ ਨਿਭਾਉਣੀ ਚਾਹੀਦੀ, ਕਿਉਂਕਿ ਬਾਹਰਲੇ ਦੋਨੋਂ ਤਖਤ ਪੂਰੀ ਤਰ੍ਹਾਂ ਨਾਲ ਬ੍ਰਾਹਮਣਵਾਦੀ ਪਰੰਪਰਾ ਦੇ ਤਹਿਤ ਚੱਲਦੇ। ਪੰਜਾਬ ਦੇ ਤਖਤਾਂ ਨੂੰ ਤੁਸੀਂ ਹੋਰ ਜੋ ਮਰਜ਼ੀ ਕਹਿ ਲਓ, ਉਹਨਾਂ ਦੇ ਵਿੱਚ ਪੋਲਿਟਿਕਸ ਕਿੰਨੀ ਚੱਲਦੀ ਆ, ਉਹਦੇ ਚ ਬਾਦਲ ਦਾ ਕਿੰਨਾ ਰੋਲ ਹੁੰਦਾ, ਪਰ ਉੱਥੇ ਘੱਟੋ ਘੱਟ ਬਾਹਰਲੇ ਤਖਤਾਂ ਜਿੰਨਾ ਬ੍ਰਾਹਮਣਵਾਦ ਨਹੀਂ। ਇਹਦੇ ਬਾਵਜੂਦ ਬਾਹਰਲਿਆਂ ਨਾਲ ਸਰਬੱਤ ਖਾਲਸਾ ਦੇ ਲੋਕ ਵੀ ਕਲੈਸ਼ ਦੇ ਵਿੱਚ ਨਹੀਂ ਆਉਂਦੇ। ਇਹਦਾ ਮਤਲਬ ਇਹੀ ਹੈ ਕਿ ਕਿੱਥੇ ਤੁਹਾਨੂੰ ਲੜਾਈ ਦਾ ਮੈਦਾਨ ਪੰਜਾਬ ਹੀ ਲੱਗਦਾ। ਇਸ ਕਰਕੇ ਲੜਾਈ ਸਿੱਖੀ ਦੀ ਨਹੀਂ, ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਬਦਲ ਪੈਦਾ ਕਰਨ ਦੀ ਹੈ। ਔਰ ਮੈਂ ਸਮਝਦਾ ਕਿ ਪੋਲੀਟੀਕਲ ਬਦਲ ਜੇ ਪੈਦਾ ਕਰਨਾ ਤੇ ਉਹਦੀ ਲੜਾਈ ਪੋਲੀਟੀਕਲ ਆਧਾਰ ਦੇ ਉੱਤੇ ਹੋਣੀ ਚਾਹੀਦੀ। ਰਾਜਨੀਤੀ ਤੇ ਧਰਮ ਦਾ ਗੱਠਜੋੜ ਪੈਦਾ ਕਰਨਾ ਪੰਜਾਬ ਦੇ ਪਹਿਲਾਂ ਵੀ ਹਿੱਤ ਵਿੱਚ ਨਹੀਂ ਸੀ। ਅਸੀਂ ਪਹਿਲਾਂ ਵੀ ਦਹਿਸ਼ਤਗਰਦੀ ਦੀ ਸ਼ਕਲ ਦੇ ਵਿੱਚ, ਖਾਲਿਸਤਾਨੀ ਲਹਿਰ ਦੀ ਸ਼ਕਲ ਦੇ ਵਿੱਚ ਇਸ ਦਾ ਖਮਿਆਜ਼ਾ ਬਹੁਤ ਵੱਡੀ ਪੱਧਰ ਦੇ ਉੱਤੇ ਭੁਗਤ ਚੁੱਕੇ ਹਾਂ। ਔਰ ਮੈਂ ਨਹੀਂ ਸਮਝਦਾ ਕਿ ਇਹ ਗੱਲ ਕਰਨੀ ਚਾਹੀਦੀ। ਔਰ ਸਰਕਾਰ ਜਦੋਂ ਹਾਲਾਤ ਖਰਾਬ ਹੋਣ ਦਾ ਬਹਾਨਾ ਲਾਉਂਦੀ ਆ, ਮੇਰੇ ਮੁਤਾਬਕ ਹਾਲਾਤ ਇਹਨੂੰ ਰੋਕਣ ਨਾਲ ਜ਼ਿਆਦਾ ਖਰਾਬ ਹੋਣਗੇ, ਹੋਣ ਨਾਲ ਕੁਝ ਨਹੀਂ ਵਿਗੜਨ ਲੱਗਿਆ। ਕਿਉਂਕਿ ਪੰਜਾਬ ਦੇ ਲੋਕ ਬਾਦਲ ਸਾਹਿਬ ਦੇ ਜਿੰਨਾ ਮਰਜ਼ੀ ਖਿਲਾਫ ਹੋਣ, ਪੰਜਾਬ ਦੇ ਲੋਕ ਹੁਣ ਉਹਨਾਂ ਹਾਲਾਤ ਨੂੰ ਵਾਪਸ ਬਿਲਕੁਲ ਲਿਆਉਣਾ ਪਸੰਦ ਨਹੀਂ ਕਰਦੇ, ਚਾਹੇ ਉਹ ਸਰਬੱਤ ਖਾਲਸੇ ਦੇ ਹੱਕ ਵਿੱਚ ਵੀ ਕਿਉਂ ਨਾ ਹੋਣ। ਇਸ ਕਰਕੇ ਇਸ ਬਹਾਨੇ ਰੋਕਣਾ ਮੇਰੇ ਮੁਤਾਬਕ 100% ਰਹੂਗਾ। ਮੇਰੇ ਨਾਲ ਦਿਲਰਾਜ ਜੀ ਵੀ ਜੁੜੇ ਹੋਏ ਨੇ ਜਲੰਧਰ ਤੋਂ। ਦਿਲਰਾਜ ਜੀ, ਹਾਂਜੀ ਕੁਲਵੀਰ ਜੀ, ਆਵਾਜ਼ ਆ ਰਹੀ ਹੈ ਮੇਰੀ ਜੀ? ਹਾਂਜੀ ਦਿਲਰਾਜ ਜੀ, ਸਵਾਗਤ ਹੈ ਜੀ ਤੁਹਾਡਾ ਵੀ ਸ਼ੋਅ ਦੇ ਵਿੱਚ। ਦਿਲਰਾਜ ਜੀ, ਅਸੀਂ ਸਰਬੱਤ ਖਾਲਸਾ ਦੇ ਉੱਪਰ ਗੱਲਬਾਤ ਕਰ ਰਹੇ ਹਾਂ। ਤੁਸੀਂ ਜਲੰਧਰ ਵਿੱਚ ਔਰ ਨਾਲ ਹੀ ਨਾਲ ਤੁਸੀਂ ਕਾਫੀ ਜੁੜੇ ਹੋਏ ਹੋ ਉੱਥੇ ਦੀ ਖਬਰ ਦੇ ਨਾਲ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਦਾ ਜਿਸ ਤਰੀਕੇ ਨਾਲ ਇਸ ਵਾਰ ਸਰਬੱਤ ਖਾਲਸਾ ਹੋਣ ਨੂੰ ਰੋਕਣਾ, ਉਹ ਕਿੰਨਾ ਕੁ ਜਾਇਜ਼ ਲੱਗਦਾ ਤੁਹਾਨੂੰ? ਕੁਲਵੀਰ ਜੀ, ਮੈਂ ਤਕਰੀਬਨ ਸਾਰੇ ਪੈਨਲਿਸਟਾਂ ਨਾਲ ਐਗਰੀ ਕਰਦਾ ਵਾਂ ਕਿ ਸਰਕਾਰ ਨੂੰ ਨਹੀਂ ਰੋਕਣਾ ਚਾਹੀਦਾ ਸੀ। ਹਰ ਬੰਦੇ ਨੂੰ, ਚਾਹੇ ਉਹ ਕੋਈ ਵੀ ਜਥੇਬੰਦੀ ਹੈ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਹਰ ਬੰਦੇ ਨੂੰ ਰੈਲੀ ਕਰਨ ਦਾ ਹੱਕ ਹੈ। ਡੈਮੋਕ੍ਰੇਟਿਕ ਕੰਟਰੀ ਹੈ, ਸਰਕਾਰ ਨੂੰ ਬਿਲਕੁਲ ਰੋਕਣਾ ਨਹੀਂ ਚਾਹੀਦਾ ਸੀ। ਜੇ ਹੁਣ ਆਪਾਂ ਦੂਜੇ ਪਹਿਲੂ ਨਾਲ ਦੇਖੀਏ, ਜਿਸ ਪਹਿਲੂ ਨਾਲ ਅਜੀਤ ਜੀ ਨੇ ਦੇਖਣ ਦੀ ਕੋਸ਼ਿਸ਼ ਕੀਤੀ, ਮੈਂ ਕਹਾਂਗਾ 100% ਸਹੀ ਪਹਿਲੂ ਹੈ। ਜੇ ਸਰਕਾਰ ਇਸ ਵਾਰ ਸਰਬੱਤ ਖਾਲਸਾ ਹੋਣ ਦਿੰਦੀ ਤੇ ਮੈਂ ਸਮਝਦਾ ਸਰਕਾਰ ਨੂੰ ਇੰਨਾ ਨੁਕਸਾਨ ਨਹੀਂ ਹੋਣਾ ਸੀ ਜਿੰਨਾ ਹੁਣ ਉਹਨੂੰ ਰੋਕ ਕੇ ਹੋਏਗਾ।
ਇਸ ਵਾਰੀ ਪਹਿਲੀ ਗੱਲ ਸਰਬੱਤ ਖਾਲਸਾ ਨਾਲ ਜਿੰਨੀਆਂ ਵੀ ਜਥੇਬੰਦੀਆਂ ਜੁੜੀਆਂ ਉਹ ਇੱਕ ਮੰਚ ਤੇ ਨਹੀਂ ਹੈਗੀਆਂ। ਕੁਝ ਜਥੇਬੰਦੀਆਂ ਜੋ ਪਿਛਲੀ ਵਾਰ 2015 ਵਿੱਚ ਇਸ ਧੜੇ ਦੇ ਨਾਲ ਸੀਗੀਆਂ ਉਹ ਇਸ ਵਾਰ ਨਹੀਂ ਹੈਗੀਆਂ ਤੇ ਉਸ ਲੈਵਲ ਤੇ ਪ੍ਰਚਾਰ ਵੀ ਨਹੀਂ ਕਰ ਸਕੀਆਂ ਸੀ ਸਰਬੱਤ ਖਾਲਸਾ ਨਾਲ ਜੁੜੀਆਂ ਜਥੇਬੰਦੀਆਂ। ਪਰ ਇਸ ਵਾਰ ਇਹ ਜਿਹੜਾ ਹੁਣ ਰੋਕਿਆ ਵਾ ਸਰਕਾਰ ਨੇ, ਜਿਹੜਾ ਰੌਲਾ ਪੈਂਦਾ ਪਿਆ, ਟੈਂਟ ਉਖੜਦੇ ਪਏ ਆ, ਹਰ ਨਿਊਜ਼ਪੇਪਰ ਨੇ, ਹਰ ਮੀਡੀਆ ਵਾਲੇ ਨੇ ਤਕਰੀਬਨ ਇਹਨੂੰ ਫਰੰਟ ਪੇਜ ਤੇ ਖਬਰ ਬਣਾਇਆ। ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਸਰਬੱਤ ਖਾਲਸਾ ਹੋਣ ਜਾ ਰਿਹਾ ਕਿ ਨਹੀਂ ਹੋਣ ਜਾ ਰਿਹਾ, ਉਹ ਵੀ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਹਾਂ ਸਰਬੱਤ ਖਾਲਸਾ ਹੋਣ ਜਾ ਰਿਹਾ ਸੀਗਾ ਤੇ ਸਰਕਾਰ ਨੇ ਧੱਕਾ ਕੀਤਾ। ਇਹਦਾ ਕੋਈ ਬਹੁਤ ਫਾਇਦਾ ਸਰਕਾਰ ਨੂੰ ਹੁੰਦਾ ਨਹੀਂ ਦਿਖ ਰਿਹਾ। ਮੈਂ ਸਮਝਦਾ ਵਾਂ ਅਜੀਤ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਇਹਦਾ ਨੁਕਸਾਨ ਹੋਏਗਾ ਡੈਫੀਨੇਟਲੀ 100%। ਅਕਾਲੀ ਦਲ ਬੀਜੇਪੀ ਸਰਕਾਰ ਨੂੰ ਇਹਦਾ ਨੁਕਸਾਨ ਹੀ ਹੋਣ ਜਾ ਰਿਹਾ। ਮੇਰੇ ਨਾਲ ਸੀਪੀ ਜੀ ਵੀ ਚੰਡੀਗੜ੍ਹ ਤੋਂ ਜੁੜੇ ਹੋਏ ਨੇ। ਸੀਪੀ ਜੀ ਸਵਾਗਤ ਹੈ ਜੀ ਤੁਹਾਡਾ ਵੀ, ਤੇ ਤੁਹਾਡਾ ਕੀ ਮੰਨਣਾ ਜੀ? ਕੁਲਵੀਰ ਜੀ ਬਿਲਕੁਲ, ਦੇਖੋ ਸਾਰੇ ਪੈਨਲਿਸਟ ਨੇ ਆਪਣੇ ਆਪਣੇ ਪੱਖ ਰੱਖੇ ਹੈ, ਮੈਂ ਸਹਿਮਤ ਹਾਂ ਇਸ ਨਾਲ। ਇੱਕ ਪਹਿਲੀ ਜਿਹੜਾ ਕਿ ਕੱਲ ਮੈਂ ਟੱਚ ਕੀਤਾ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ, ਸਿਮਰਨਜੀਤ ਸਿੰਘ ਮਾਨ ਨੇ ਖਿਲਾਫ ਕੀਤਾ ਇੱਕ ਪੁਲਿਸ ਵਾਲੇ ਨੂੰ, ਉੱਥੇ ਇੱਕ ਕੁਐਸਚਨ ਅਰੇਜ਼ ਜ਼ਰੂਰ ਕੀਤਾ ਗਿਆ। ਇੱਕ ਗਵਰਨਮੈਂਟ ਆਫੀਸ਼ੀਅਲਸ ਨੂੰ ਇਹ ਫੋਨ ਕਰਕੇ ਪੁੱਛਿਆ ਗਿਆ ਸੀ ਕਿ ਤੁਸੀਂ ਇਸ ਵਾਰ ਜਿਹੜਾ ਇੰਨਾ ਸਟ੍ਰਿਕਟ ਐਕਸ਼ਨ ਲੈ ਰਹੇ ਹੋ, ਉਹਨਾਂ ਨੂੰ ਪਰਮਿਸ਼ਨ ਵੀ ਨਹੀਂ ਦੇ ਰਹੇ ਹੋ। ਪਿਛਲੀ ਵਾਰ ਦਾ ਜਿਹੜਾ ਸਰਬੱਤ ਖਾਲਸਾ ਸੀ ਤੁਸੀਂ ਉਹਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਕਿਉਂ ਦਿੱਤੀ ਸੀ? ਉਹਨਾਂ ਦਾ ਇੱਕੋ ਹੀ ਗੱਲ ਸੀ, ਮੈਂ ਸ਼ੇਅਰ ਕਰਨਾ ਚਾਹੂੰਗਾ ਸਾਰੇ ਚੱਕਦੇ ਟੀਵੀ ਦੇ ਆਡੀਅנס ਨਾਲ ਔਰ ਪੈਨਲਿਸਟ ਨਾਲ। ਉਹਨਾਂ ਨੇ ਇਹ ਕਿਹਾ ਕਿ ਇਸ ਵਾਰ ਜਿਹੜਾ ਸਰਬੱਤ ਖਾਲਸਾ ਦੀ ਪਰਮਿਸ਼ਨ ਹੈ ਉਹ ਇੱਕ ਸਿੰਗਲ ਪਾਰਟੀ ਲੈ ਰਹੀ ਹੈ, ਸਾਡੇ ਕੋਲ ਸਰਬੱਤ ਸੰਗਤਾਂ ਨਹੀਂ ਆਈਆਂ। ਔਰ ਉਹਨਾਂ ਦਾ ਇੱਕੋ ਹੀ ਗੱਲ ਸੀ ਕਿ ਸਰਬੱਤ ਸੰਗਤ ਦਾ ਹੁੰਦਾ ਹੈ ਖਾਲਸਾ, ਇਸ ਕਰਕੇ ਅਸੀਂ ਇੱਕ ਕਿਸੇ ਸਿੰਗਲ ਪਾਰਟੀ ਨੂੰ ਪਰਮਿਸ਼ਨ ਨਹੀਂ ਦੇ ਸਕਦੇ। ਇਸ ਬਿਆਨ ਤੋਂ ਮੇਰਾ ਜ਼ਾਤੀ ਮੰਨਣਾ ਇਹ ਹੈ ਕਿ ਸਰਕਾਰ ਡਰੀ ਹੋਈ ਸੀ, ਲੇਕਿਨ ਉਸ ਡਰ ਨੇ ਸਰਕਾਰ ਦੇ ਉੱਪਰ ਨੈਗੇਟਿਵ ਇੰਪੈਕਟ ਪਾ ਦਿੱਤਾ ਇਸ ਨੂੰ ਰੋਕ ਕੇ। ਔਰ ਬਿਲਕੁਲ ਦਿਲਰਾਜ ਜੀ ਨਾਲ ਮੈਂ ਸਹਿਮਤ ਹਾਂ, ਇਸ ਦਾ ਜਿਹੜਾ ਓਵਰਆਲ ਇੰਪੈਕਟ ਪਏਗਾ ਗਵਰਨਮੈਂਟ ਜਿਹੜੀ ਹੁਣ ਰੂਲਿੰਗ ਗਵਰਨਮੈਂਟ ਹੈ ਉਹਦੇ ਤੇ ਨੈਗੇਟਿਵ ਹੀ ਪਏਗਾ। ਕਿਉਂਕਿ ਜੇ ਸਰਬੱਤ ਖਾਲਸਾ ਹੋ ਜਾਂਦਾ ਤੇ ਚਲੋ ਜੇ ਅਸੀਂ ਨੈਗੇਟਿਵ ਇੰਪੈਕਟ ਨਾ ਦੇਖੀਏ ਤਾਂ ਪੋਜ਼ਿਟਿਵ ਇੰਪੈਕਟ ਸਰਕਾਰ ਤੇ ਥੋੜਾ ਬਹੁਤ ਪੈ ਸਕਦਾ ਸੀ, ਕਿਉਂਕਿ ਜਿਹੜੀਆਂ ਸੰਗਤਾਂ ਨੇ ਉੱਥੇ ਆਉਣਾ ਸੀ ਉੱਥੇ ਸਰਬੱਤ ਦੀ ਗੱਲ ਹੋਣੀ ਸੀ, ਨਾ ਕਿ ਕਿਸੇ ਇੱਕ ਪਾਰਟੀ ਦੇ ਉੱਪਰ ਗੱਲ ਹੋਣੀ ਸੀ। ਜਿਵੇਂ ਸ਼ਬਦੀਪ ਜੀ ਨੇ ਕਿਹਾ ਕਿ ਪੂਰਾ ਪੋਲੀਟੀਕਲ ਰੰਗਤ ਮਿਲ ਚੁੱਕੀ ਹੈ, ਬਿਲਕੁਲ ਮਿਲ ਚੁੱਕੀ ਹੈ। ਇਹ ਹੁਣ ਸਰਬੱਤ ਖਾਲਸਾ ਨਹੀਂ ਸੀਗਾ, ਇੱਕ ਸਿੰਗਲ ਪਾਰਟੀ ਵਾਂਗੂ ਉਹਨਾਂ ਨੂੰ ਲੱਗ ਰਿਹਾ ਸੀ। ਲੇਕਿਨ ਸਰਕਾਰ ਦਾ ਇਹ ਐਕਟ ਜਿਹੜਾ ਉਹਨੇ ਇਹ ਚੀਜ਼ ਨੂੰ ਕੀਤਾ, ਟੈਂਟ ਉਖਾੜ ਕੇ ਉਹਨਾਂ ਦੇ ਕਾਰਕੁਨਾਂ ਨੂੰ ਅਰੈਸਟ ਕਰਕੇ ਜੋ ਵੀ ਉਹਨਾਂ ਨੇ ਐਕਟੀਵਿਟੀ ਕੀਤੀ ਹੈ ਉਸ ਦਾ ਇਹ ਨੈਗੇਟਿਵ ਇੰਪੈਕਟ ਜ਼ਰੂਰ ਪੈਣਾ ਦੇਖੋ। ਸਾਰੇ ਪੈਨਲਿਸਟ ਮੇਰੇ ਨਾਲ ਜਿੰਨੇ ਵੀ ਅੱਜ ਜੁੜੇ ਹੋਏ ਨੇ, ਸਾਰਿਆਂ ਦਾ ਇੱਕ ਗੱਲ ਤਾਂ ਮੰਨਣਾ ਹੈਗੀ ਹੈ ਕਿ ਸਰਕਾਰ ਧੱਕਾ ਕਰ ਰਹੀ ਹੈ ਔਰ ਸਰਬੱਤ ਖਾਲਸਾ ਰੋਕਣਾ ਜਾਇਜ਼ ਨਹੀਂ ਹੈ। ਦੂਸਰੀ ਗੱਲ ਆ, ਸਾਰੇ ਪੈਨਲਿਸਟ ਕਿਤੇ ਨਾ ਕਿਤੇ ਇਸ ਗੱਲ ਤੇ ਵੀ ਸਹਿਮਤ ਆ ਕਿ ਸਰਬੱਤ ਖਾਲਸਾ ਜੋ ਕਿ ਇੱਕ ਨਿਰੋਲ ਧਾਰਮਿਕ ਈਵੈਂਟ ਹੋਣਾ ਚਾਹੀਦਾ, ਉਹ ਇੱਕ ਸਿਆਸੀ ਈਵੈਂਟ ਪਿਛਲੇ ਕੁਝ ਸਮੇਂ ਤੋਂ ਹੋ ਕੇ ਨਿਬੜ ਰਿਹਾ ਔਰ ਇਸ ਵਾਰ ਵੀ ਇਹਦੇ ਉੱਪਰ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਗੱਲ ਕਰਦੇ ਹਾਂ ਜੀ ਸਰਬੱਤ ਖਾਲਸਾ। ਮੈਂ ਹਿਸਟਰੀ ਵੱਲ ਨਹੀਂ ਜਾਵਾਂਗਾ ਕਿਉਂਕਿ ਅਸੀਂ ਬਹੁਤ ਵਾਰ ਚੱਕਦੇ ਟੀਵੀ ਦੇ ਉੱਪਰ ਹਿਸਟਰੀ ਦੇ ਉੱਪਰ ਡਿਸਕਸ ਕਰ ਚੁੱਕੇ ਹਾਂ। ਟਾਂਡੀ ਸਾਹਿਬ ਹੁਣੇ ਕਹਿ ਰਹੇ ਸੀਗੇ ਕਿ 1748 ਜਾਂ ਉਸ ਵੇਲੇ ਦੀ ਗੱਲ ਕਰ ਰਹੇ ਸੀਗੇ ਕਿ ਉਸ ਵੇਲੇ ਸ਼ੁਰੂ ਹੋਇਆ। ਪਰ ਜੇ ਆਪਾਂ ਇਤਿਹਾਸਕਾਰਾਂ ਦੀ ਗੱਲ ਦੇਖੀਏ ਤਾਂ ਕੁਝ ਲੋਕ ਸਰਬੱਤ ਖਾਲਸਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1708 ਵਿੱਚ ਬੁਲਾਏ ਗਏ ਇੱਕ ਸਮਾਗਮ ਨੂੰ ਵੀ ਸਰਬੱਤ ਖਾਲਸਾ ਦਾ ਨਾਮ ਦਿੰਦੇ ਨੇ। ਉਸ ਤੋਂ ਬਾਅਦ 1720 1723 ਦੇ ਵਿੱਚ ਵੀ ਸਿੱਖਾਂ ਵੱਲੋਂ ਜਦੋਂ ਇਕੱਠ ਕੀਤੇ ਗਏ ਉਹਨਾਂ ਨੂੰ ਸਰਬੱਤ ਖਾਲਸਾ ਦਾ ਨਾਮ ਦਿੰਦੇ ਹਨ। ਇਸ ਕਰਕੇ ਅਸੀਂ ਇਸ ਬਹਿਸ ਵਿੱਚ ਨਹੀਂ ਪਵਾਂਗੇ ਕਿ ਸਰਬੱਤ ਖਾਲਸਾ ਦਾ ਇਤਿਹਾਸ ਕੀ ਹੈ। ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਂਦਾ ਜਦੋਂ ਸਿੱਖ ਜਦੋਂ ਆਪਣਾ ਕੋਈ ਨਿਰੋਲ ਫੈਸਲਾ ਲੈਣਾ ਚਾਹੁੰਦੇ ਨੇ, ਜਦੋਂ ਸਿੱਖ ਕਿਸੇ ਦੁਬਿਧਾ ਦੇ ਵਿੱਚ ਹੁੰਦੇ ਨੇ, ਜਦੋਂ ਸਿੱਖ ਕਿਸੇ ਸਮੱਸਿਆ ਦੇ ਵਿੱਚ ਹੁੰਦੇ ਨੇ ਤੇ ਉਹ ਪੂਰੇ ਸਿੱਖ ਜਗਤ ਨੂੰ ਸੱਦਾ ਦੇ ਕੇ ਇੱਕ ਫੈਸਲਾ ਕਰਨਾ ਚਾਹੁੰਦੇ ਨੇ, ਉਦੋਂ ਸਰਬੱਤ ਖਾਲਸਾ ਬੁਲਾਇਆ ਜਾਂਦਾ। ਜਿਵੇਂ ਕਿ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋਂ ਬਾਅਦ ਪੂਰੇ ਵਿਸ਼ਵ ਤੋਂ ਲੋਕਾਂ ਨੇ ਹੁਮਾ ਕੇ ਸਰਬੱਤ ਖਾਲਸਾ ਦੇ ਵਿੱਚ ਭਾਗ ਲਿਆ ਸੀ। ਪਰ ਜਿਹੜੀ ਗੱਲ ਪਿਛਲੀ ਵਾਰ ਦੇਖਣ ਵਿੱਚ ਮਿਲੀ ਸੀ ਕਿ ਸਰਬੱਤ ਖਾਲਸਾ ਹੁੰਦਿਆਂ ਬਹੁਤ ਸਾਰੇ ਗਰੁੱਪ ਜਿਹੜੇ ਸੀਗੇ ਜਿਨ੍ਹਾਂ ਨੇ ਸੱਦਾ ਦਿੱਤਾ ਸੀ ਸਰਬੱਤ ਖਾਲਸਾ ਦਾ, ਉਹ ਵੀ ਉਸ ਸਰਬੱਤ ਖਾਲਸਾ ਜਿਸ ਦਿਨ ਹੋਇਆ ਸੀ ਉਸ ਦਿਨ ਉਸ ਤੋਂ ਬਾਹਰ ਸੀਗੇ। ਸਿਆਸਤ ਕਿਤੇ ਨਾ ਕਿਤੇ ਜਿਹੜੀ ਹੈਗੀ ਇਨਵੋਲਵ ਹੋ ਜਾਂਦੀ ਹੈ। ਮੇਰਾ ਜਿਹੜਾ ਅਗਲਾ ਸਵਾਲ ਆਪਣੇ ਪੈਨਲਿਸਟਾਂ ਵਾਸਤੇ ਉਹ ਇਹ ਹੈ ਕਿ ਕੀ ਸਰਬੱਤ ਖਾਲਸਾ ਸਿੱਖਾਂ ਨੂੰ, ਸਿੱਖ ਪੰਥ ਨੂੰ ਤੁਹਾਨੂੰ ਲੱਗਦਾ ਕਿ ਅਗਰ ਹੁੰਦਾ ਹੈ ਤਾਂ ਕੁਝ ਸੇਧ ਦੇ ਸਕੇਗਾ? ਅਜੀਤ ਜੀ। ਦੇਖੋ ਤਿੰਨ ਸਾਹਿਬ ਇਸ ਤਰ੍ਹਾਂ ਹੈ, ਜੇ ਤਾਂ ਵਾਕਿਆ ਹੀ ਅਸਲ ਮਾਇਨਿਆਂ 'ਚ ਸਰਬੱਤ ਖਾਲਸਾ ਹੋਵੇ
ਔਰ ਇਹ ਮਿੱਥ ਕੇ ਹੋਵੇ ਕਿ ਅਸੀਂ ਮਸਲਿਆਂ ਦਾ ਹੱਲ ਕਰਨਾ। ਅਜੀਤ ਜੀ, ਇਹ ਵੀ ਸਵਾਲ ਬੜਾ ਖਤਰਨਾਕ ਹੈ ਕਿ ਅਸਲ ਮਾਇਨੇ ਵਿੱਚ ਜਦੋਂ ਅਸੀਂ ਇੰਨੀ ਗੱਲ ਕਹਿ ਦਿੰਦੇ ਆ, ਅਸੀਂ ਆਪਣੇ ਆਪ ਦੇ ਵਿੱਚ ਸ਼ੱਕ ਕਰਦੇ ਆ ਕਿ ਜੋ ਸਾਹਮਣੇ ਸਰਬੱਤ ਖਾਲਸਾ ਹੋ ਰਿਹਾ ਉਹ ਅਸਲ ਨਹੀਂ ਹੋ ਰਿਹਾ। ਬਿਲਕੁਲ, ਮੈਂ ਦੱਸਦਾ ਨਾ ਕਿ ਦੇਖੋ ਮੇਰੇ ਹਿਸਾਬ ਨਾਲ ਜਿਹੜੇ ਸ਼ੁਰੂਆਤ ਦੇ ਵਿੱਚ, ਮੈਂ ਜ਼ਰੂਰੀ ਨਹੀਂ ਕਿ ਹੋਰ ਸਾਰੇ ਬੰਦੇ ਮੇਰੇ ਨਾਲ ਸਹਿਮਤ ਹੋਣ, ਸਭ ਤੋਂ ਪਹਿਲਾਂ ਧਾਰਮਿਕ ਮਸਲੇ ਜਿਹੜੇ ਕਿ ਆਪਣੀ ਅਧਿਆਤਮਕ ਪੱਖ ਦੀ ਜਾਂ ਸਮਾਜਿਕ ਪੱਖ ਦੀ ਕਮਜ਼ੋਰੀ ਦਾ ਸਿੱਖ ਪੰਥ ਦਾ ਬਣਦੇ ਨੇ ਤੇ ਸਮੁੱਚੇ ਪੰਜਾਬੀਆਂ ਦੀ ਵੀ ਕਮਜ਼ੋਰੀ ਕ੍ਰੀਏਟ ਕਰਦੇ ਨੇ, ਉਹ ਆਪਾਂ ਹਰ ਇੱਕ ਬੰਦੇ ਦੀ ਪਰਸੈਪਸ਼ਨ 'ਚ ਹੈ ਅੱਜ ਦੇ ਦਿਨ ਕਿ ਸਿਆਸਤ ਅਕਾਲ ਤਖਤ ਦੇ ਫੈਸਲਿਆਂ ਤੇ ਵੀ ਭਾਰੂ ਹੋ ਗਈ ਹੈ, ਸਿਆਸਤ SGPC ਦੇ ਭਾਰੂ ਹੋ ਗਈ ਹੈ, ਔਰ ਸਿਆਸਤ ਸਿੱਖ ਧਰਮ ਦੇ ਹਰ ਪਹਿਲੂ ਤੇ ਭਾਰੂ ਹੋਈ ਹੈ। ਸੋ ਜੇ ਤਾਂ ਇਸ ਚੀਜ਼ ਦੇ ਉੱਤੇ ਸਿੰਸੀਅਰਲੀ ਇਹਨਾਂ ਮਸਲਿਆਂ ਨੂੰ, ਕਿਉਂਕਿ ਜੇ ਮੈਂ ਇਕੱਲੇ ਮਸਲੇ ਦੀ ਗੱਲ ਕਰਾਂਗਾ ਤਾਂ ਲੰਬਾ ਹੋ ਜਾਊਗਾ ਕਿ ਅਕਾਲ ਤਖਤ ਦੀ ਹਸਤੀ ਕੀ ਹੋਵੇ, ਤੇ ਉਹ ਜਿਹੜੀਆਂ ਗੱਲਾਂ ਰਹਿਤ ਮਰਿਆਦਾ ਤੇ ਸਿੱਖ ਬਾਣੀਆਂ ਬਾਰੇ, ਬਾਣੇ ਬਾਰੇ, ਗੁਰੂ ਗ੍ਰੰਥ ਸਾਹਿਬ ਦੀ 10 ਗ੍ਰੰਥ ਦੀ ਹੈਸੀਅਤ ਬਾਰੇ ਸਾਰੀਆਂ ਗੱਲਾਂ, ਜੇ ਬਹੁਤ ਹੋਰ ਗੱਲਾਂ ਹੋਣਗੀਆਂ ਜਿਹੜੀਆਂ ਮੇਰੀ ਪਰਸੈਪਸ਼ਨ 'ਚ ਸ਼ਾਇਦ ਨਾ ਵੀ ਹੋਣ, ਜੇ ਆਪਾਂ ਉਹਨਾਂ ਦੇ ਫੈਸਲਿਆਂ ਦੇ ਨਾਲ ਗੱਲ ਕਰਾਂਗੇ ਔਰ ਉਹਨਾਂ ਦੇ ਹੱਲ ਲੱਭ ਕੇ ਉਹਨਾਂ ਨੂੰ ਹੱਲਾਂ ਨੂੰ ਪ੍ਰਾਪਤ ਕਰਨ ਦੇ ਠੋਸ ਉਪਰਾਲਿਆਂ ਬਾਰੇ ਗੱਲ ਕਰਾਂਗੇ, ਫਿਰ ਤਾਂ ਅਸੀਂ ਮੰਨਾਂਗੇ ਕਿ ਇੱਕ ਸਿੱਖ ਪੰਥ ਨੂੰ ਇੱਕ ਲੜੀ 'ਚ ਪਰੋਣ ਦੀ ਇੱਕ ਗੱਲ ਹੈ ਤੇ ਆਪਾਂ ਉਹਨੂੰ ਆ ਕਹਾਂਗੇ ਕਿ ਸਹੀ ਤੌਰ ਤੇ ਹੋ ਸਕਦਾ ਹੈ। ਮੇਰਾ ਖਿਆਲ ਹੈ ਕਿ ਜੇ ਇਹ ਸਰਬੱਤ ਖਾਲਸਾ ਹੋਣ ਦਿੱਤਾ ਜਾਂਦਾ, ਮੇਰੇ ਆਪਣੇ ਵਿਚਾਰ ਅਨੁਸਾਰ ਉੱਥੇ ਸਿਆਸਤ ਭਾਰੂ ਹੋਣੀ ਸੀ, ਕਿਉਂਕਿ ਇਹਨਾਂ ਮਸਲਿਆਂ ਦਾ ਹੱਲ ਇਹੋ ਜਿਹਾ ਨਹੀਂ ਕਿ ਜਿਹਦੀ ਇੱਕ ਵਾਰੀ ਸਾਰਾ ਖੁੱਲਾ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਸਿੱਖ ਸੰਗਤ ਦੇ ਸਾਹਮਣੇ ਮਸਲੇ ਔਰ ਉਹਨਾਂ ਦੇ ਹੱਲ ਬਾਰੇ ਇੱਕ ਬਹਿਸ ਕਰਕੇ ਇੱਕ ਨਤੀਜਿਆਂ ਤੇ ਲਿਆ ਕੇ ਫਿਰ ਵਿਦਵਾਨਾਂ ਦਾ ਇਕੱਠ ਕਰਕੇ, ਸੁਹਿਰਦ ਸਿਆਸਤਦਾਨਾਂ ਦਾ ਇਕੱਠ ਕਰਕੇ ਕਿਸੇ ਮਸਲੇ ਤੇ ਪਹੁੰਚਿਆ ਜਾਵੇ। ਇੱਕ ਰੈਲੀ ਨੁਮਾ ਗੱਲ ਕਰਕੇ ਕੁਝ ਇੱਕ ਤਰ੍ਹਾਂ ਦੇ ਨੇੜਤਾ ਵਾਲੇ ਬੰਦੇ ਇਕੱਠੇ ਹੋ ਕੇ ਸਰਬੱਤ ਖਾਲਸਾ ਨਹੀਂ ਕਰ ਸਕਦੇ, ਨਾ ਰੱਖ ਸਕਦੇ ਨੇ ਪਰ ਸਹੀ ਮਾਇਨਿਆਂ 'ਚ ਨਹੀਂ ਕਰ ਸਕਦੇ। ਸੋ ਜੇ ਇਹ ਰੈਲੀ ਹੁੰਦੀ ਜਿਹਦਾ ਨਾਂ ਸਰਬੱਤ ਖਾਲਸਾ ਰੱਖਿਆ ਗਿਆ, ਇਹ ਟੋਟਲੀ ਇੱਕ ਸਿਆਸੀ ਸ਼ੋਅ ਹੋ ਜਾਣਾ ਸੀ ਔਰ ਐਕਸਪੋਜ਼ਰ ਹੋ ਜਾਣੀ ਸੀ, ਔਰ ਫਿਰ ਜੇ ਇਹਦੇ ਵਿੱਚ ਮਸਲੇ ਵਿਚਾਰੇ ਵੀ ਜਾਂਦੇ ਤੇ ਕੀ ਮਾੜਾ ਸੀ। ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ। ਖਾਲਸਾ ਪੰਥ ਕਿਸੇ ਦੀ ਜ਼ਗੀਰ ਨਹੀਂ ਹੈਗੀ, ਨਾ ਉਹ ਮਾਨ ਸਾਹਿਬ ਦੀ ਹੋ ਸਕਦੀ ਹੈ, ਨਾ ਉਹ ਬਾਦਲ ਸਾਹਿਬ ਦੀ ਹੋ ਸਕਦੀ ਹੈ, ਨਾ ਕਿਸੇ ਦੀ ਹੋ ਸਕਦੀ ਹੈ। ਸੋ ਇਹਨਾਂ ਮਸਲਿਆਂ ਨੂੰ ਵਿਚਾਰੇ ਜਾਣ ਦੇਣਾ ਚਾਹੀਦਾ ਸੀ, ਫਿਰ ਲੋਕ ਵਿਚਾਰ ਕਰਦੇ ਕਿ ਕਿੰਨੇ ਕੁ ਮਸਲੇ ਵਿਚਾਰ ਹੋਏ ਨੇ, ਕਿੰਨੇ ਕੁ ਨਹੀਂ ਵਿਚਾਰ ਹੋਏ। ਸੋ ਰੋਕਣ ਦੀ ਗੱਲ ਦੀ ਅੱਜ ਵੀ ਮੈਂ ਬਹੁਤ ਵੱਡੀ ਗਲਤੀ ਮੰਨਦਾ, ਗੱਲ ਨੂੰ ਸਾਹਮਣੇ ਆਉਣ ਦੇਣਾ ਚਾਹੀਦਾ। ਉਹ ਕਿੰਨਾ ਕੁ ਸੱਚਾ ਕਿੰਨਾ ਝੂਠਾ ਫਿਰ ਸਾਹਮਣੇ ਆ ਜਾਂਦਾ ਤੇ ਲੋਕ ਵੀ ਉਸ ਚੀਜ਼ ਦਾ ਵਿਚਾਰ ਕਰ ਲੈਂਦੇ ਨੇ। ਟਾਂਡੀ ਜੀ, ਤੁਸੀਂ ਕੀ ਸਮਝਦੇ ਹੋ ਕਿ ਸਿੱਖ ਮਸਲਿਆਂ ਨੂੰ ਲੈ ਕੇ, ਸਿੱਖ ਪੰਥ ਦੇ ਮਸਲਿਆਂ ਨੂੰ ਲੈ ਕੇ ਅਗਰ ਇਹ ਸਰਬੱਤ ਖਾਲਸਾ ਹੋ ਜਾਂਦਾ, ਹਾਲਾਤ ਹਾਲਾਂਕਿ ਦੇਖ ਨਹੀਂ ਰਹੇ ਕਿ ਇਹ ਸਰਬੱਤ ਖਾਲਸਾ ਹੋ ਪਾਵੇਗਾ, ਕਿਉਂਕਿ ਜਿੰਨੀ ਸਖਤੀ ਸਰਕਾਰ ਵੱਲੋਂ ਕੀਤੀ ਗਈ ਹੈ, ਜਿਸ ਤਰੀਕੇ ਨਾਲ ਸਾਰੇ ਹੀ ਜਿਹੜੇ ਸਰਬੱਤ ਖਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ ਦੇ ਬੁਲਾਰੇ ਹੋਣ ਜਾਂ ਉਹਨਾਂ ਦੇ ਮੋਤਬਰ ਹੋਣ, ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਉਮੀਦ ਤੇ ਬਹੁਤ ਘੱਟ ਆ, ਪਰ ਅਗਰ ਸਰਬੱਤ ਖਾਲਸਾ ਟਾਂਡੀ ਸਾਹਿਬ ਹੁੰਦਾ, ਤੁਹਾਨੂੰ ਲੱਗਦਾ ਕਿ ਸਿੱਖ ਧਰਮ ਦੇ ਮਸਲਿਆਂ ਦੇ ਉੱਪਰ ਜਾਂ ਸਿੱਖ ਪੰਥ ਨੂੰ ਕੋਈ ਸੇਧ ਦੇਣ ਵਿੱਚ ਕਾਮਯਾਬ ਹੋ ਜਾਊਗਾ ਇਸ ਵਾਰ? ਦੇਖੋ ਜੀ, ਇਹ ਜਿਹੜੀ ਰੋਕਿਆ ਜਾ ਰਿਹਾ ਨਾ ਅਕਾਲੀ ਦਲ ਵੱਲੋਂ, ਇਹਦੇ ਪਿੱਛੇ ਵੀ ਕੁਝ ਲੌਜਿਕ ਹੈਗਾ ਵੀ ਜਿੱਦਾਂ ਵੀ ਇਹ ਸੈਂਟਰ ਤੋਂ ਸਿੱਖਿਆ ਮਤ ਹੋ ਰਹੀ ਹੈ ਸਾਰਾ ਕੁਝ ਜੀ। ਧਾਰਮਿਕ ਹਮੇਸ਼ਾ ਮਸਲੇ ਜਿਹੜੇ ਹੁੰਦੇ ਨਾ ਸਿੱਖਾਂ ਦੇ, ਵੀ ਜਿੱਦਾਂ ਉੱਥੇ ਕੁਝ ਵੀ ਹੋ ਸਕਦਾ। ਸਰਬੱਤ ਖਾਲਸੇ ਖੁਦ ਦੀ ਮੁਖਤਿਆਰੀ ਦਾ ਵੀ ਇੱਕ ਵੱਡਾ ਮਸਲਾ ਆ, ਉੱਥੇ ਬੜੇ ਬੜੇ ਮਸਲੇ ਜਿਹੜੇ ਆ ਡਿਸਕਸ ਹੋ ਸਕਦੇ ਆ, ਖਾਲਿਸਤਾਨ ਦੇ ਨਾਅਰੇ ਵੀ ਲੱਗ ਸਕਦੇ ਆ, ਕੁਝ ਵੀ ਹੋ ਸਕਦਾ। ਜਿੱਦਾਂ ਵੀ ਸਰਬੱਤ ਖਾਲਸਾ ਹੋ ਰਿਹਾ, ਜਿਹੜੇ ਸੈਂਟਰ ਦੀ ਦਬਾਅ ਆ, ਜਿੱਦਾਂ ਭਾਜਪਾ ਦਾ, ਮੋਦੀ ਸਾਹਿਬ ਦਾ ਦਬਾਅ ਆ ਵੀ ਇਹ ਤੁਸੀਂ ਨਾ ਹੋਣ ਦਿਓ, ਵੀ ਜਿੱਦਾਂ ਵੀ ਇਕੱਠੇ ਨਾ ਹੋਣ ਦਿਓ, ਜਿੱਦਾਂ ਵੀ ਸਿੱਖ ਹੋ ਜਾਣਗੇ ਇਕੱਠੇ ਤੇ ਫਿਰ ਦੂਜਾ ਵੀ ਧਾਰਮਿਕ ਮਸਲੇ ਹੋਰ ਉੱਠਣਗੇ। ਕਿਉਂਕਿ ਪਿੱਛੋਂ ਪੰਜਾਬ ਜਿਹੜਾ ਆ ਉਹ ਆਪਣੇ ਆਪ ਦੇ ਸ਼ੁਰੂ ਤੋਂ ਹੀ ਜਿੱਦਾਂ ਵੀ 1947 ਤੋਂ ਲੈ ਕੇ ਉਹ ਆਜ਼ਾਦੀ ਚਾਹੁੰਦਾ, ਆਪਣਾ ਹੋਮਲੈਂਡ ਚਾਹੁੰਦਾ,
ਮੈਂ ਤਾਂ ਇਹ ਕਹਿੰਦਾ ਵੀ ਉਹ ਉਦੋਂ ਤੋਂ ਟਿਕ ਕੇ ਨਹੀਂ ਬੈਣ ਦਿੱਤਾ ਜਿੱਦਾਂ ਵੀ ਸੈਂਟਰ ਗੌਰਮੈਂਟਾਂ ਨੂੰ ਜਾਂ ਇੰਡੀਅਨ ਗੌਰਮੈਂਟ ਨੂੰ ਸਿੱਖਾਂ ਨੇ। ਉਹ ਇਸ ਕਰਕੇ ਸਮਰਥ ਖਾਲਸਾ ਤਾਂ ਬਹੁਤ, ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਬਹੁਤ ਵੱਡੀ ਗੱਲ ਆ। ਤੇ ਉਹਦੇ ਵਿੱਚ ਸੈਂਟਰ ਦਾ ਜਿਹੜਾ ਹੱਥ ਆ, ਅਕਾਲੀ ਦਲ ਦੇ ਉੱਪਰ ਜਿਹੜਾ ਹੱਥ ਆ ਵੀ ਇਹ ਨਾ ਹੋਣ ਦਿੱਤਾ ਜਾਵੇ। ਇਹਦੇ ਵਿੱਚ ਅਕਾਲੀ ਦਲ ਨੇ ਪੋਲੀਟਿਕਸ ਵਰਤ ਜਾਣੀ ਸੀ, ਰਾਜਨੀਤੀ, ਪਰ ਸੈਂਟਰ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਮੋਦੀ ਸਾਹਿਬ ਦਾ। ਇਸ ਕਰਕੇ ਇਹ ਸਮਰਥ ਖਾਲਸਾ ਰੋਕ ਸਾਹਿਬ ਦਾ। ਉਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ, ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਮੈਨੂੰ ਖਬਰ ਮਿਲੀ ਆ, ਜਿਹੜੇ ਆਮ ਪਾਰਟੀ ਨੂੰ ਸਪੋਰਟ ਕਰਦੇ ਆਮ ਪਿੰਡਾਂ ਦੇ ਵਿੱਚ, ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਆ 60% ਆਮ ਪਾਰਟੀ ਦੇ ਉੱਥੇ ਸਪੋਰਟਰ ਜਾਣੇ ਸੀਗੇ, ਸ਼ਾਇਦ ਜਾਣ ਵੀ ਸਮਰਥ ਖਾਲਸਾ ਦੇ। ਹੈ ਤਾਂ ਸਿੱਖਾਂ ਦਾ ਆ, ਇਹ ਧਾਰਮਿਕ ਮਸਲਾ ਆ, ਪਰ ਪਾਰਟੀਆਂ ਪੂਰਾ ਫਾਇਦਾ ਆਮ ਪਾਰਟੀ ਨੂੰ ਮੇਰੇ ਹਿਸਾਬ ਦੇ ਨਾਲ ਜਾਊਗਾ। ਸਪੋਰਟਰ ਜਿਹੜੇ ਜਾਣਾ, ਕੁਝ ਕਾਂਗਰਸੀ ਵੀ ਜਾ ਸਕਦੇ ਉੱਥੇ ਸਮਰਥ ਖਾਲਸਾ ਦੇ। ਜਿਹੜੇ ਉੱਥੇ ਫੈਸਲੇ ਹੋਣੇ ਆ ਉਹ ਸਿੱਖਾਂ ਨੇ ਆਪਣੇ ਆਪ ਜਿਹੜੇ ਫੈਸਲੇ ਕਰਨੇ ਆ। ਸਿੱਖ ਜਿਹੜੀ ਬਹੁਤ ਤਰ੍ਹਾਂ ਦੇ ਮਸਲੇ ਆ ਕਿ ਆਨੰਦ ਮੈਰਿਜ ਐਕਟ ਆ, KPS ਗਿੱਲ ਵੀ ਆ ਜਾਂਦਾ, ਪਿਛਲੀ ਵਾਰੀ ਵੀ ਡਿਸਕਸ ਹੋ ਗਿਆ ਵੀ ਇਹ ਇੱਦਾਂ ਦੇ ਜਿਹੜੇ ਮਸਲੇ ਆ ਜਦੋਂ ਉਹ ਉਭਾਰਨਗੇ ਤੇ ਉਦਾਂ ਹੀ ਮਤਲਬ ਸੈਂਟਰ ਨੂੰ ਪਾਲਾ ਪੈ ਜਾਂਦਾ ਵੀ ਪਤਾ ਨਹੀਂ ਕੀ ਹੋ ਜਾਣਾ ਪੰਜਾਬ ਦੇ ਵਿੱਚ। ਤੇ ਇਹ ਮੈਨੂੰ ਲੱਗਦਾ ਕਿ ਭਾਜਪਾ ਦਾ ਜਿਹੜਾ ਹੱਥ ਅਕਾਲੀਆਂ ਦੇ ਉੱਪਰ ਆ, ਜਿੱਦਾਂ ਕਹਿ ਲਓ ਵੀ ਉਹ ਕਰ ਰਿਹਾ, ਨਹੀਂ ਤਾਂ ਪੋਲੀਟਿਕਸ ਵਰਤ ਜਾਣੀ ਸੀ। ਮੈਨੂੰ ਇਹ ਵੀ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਹ ਛਵੀ ਨਹੀਂ ਰਹੀ, ਉਹ ਸੁਖਬੀਰ ਬਾਦਲ ਲਈ ਸਾਰਾ ਕੁਛ ਕਰ ਰਿਹਾ। ਆ ਸ਼੍ਰੋਮਣੀ ਕਮੇਟੀ ਦੀਆਂ ਕੁਛ ਵੀ ਪ੍ਰਧਾਨ ਚੁਣਨੇ ਦੇ ਵਿੱਚ ਸੁਖਬੀਰ ਬਾਦਲ ਦਾ ਹੱਥ ਰਿਹਾ, ਤੇ ਪ੍ਰਕਾਸ਼ ਸਿੰਘ ਬਾਦਲ ਦੀ ਉਹ ਰਾਜਨੀਤੀ ਨਹੀਂ ਚੱਲਣ ਡਈ ਉਹ ਕੁਛ ਅਕਾਲੀ ਦਲ ਦੇ ਵਿੱਚ, ਉਹ ਵੀ ਮੈਨੂੰ ਪ੍ਰਭਾਵ ਦੀ ਜੀ। ਜੀ ਟਾਂਡੀ ਸਾਹਿਬ, CP ਜੀ, ਤੁਹਾਨੂੰ ਲੱਗਦਾ ਕਿ ਸਿੱਖ ਮਸਲਿਆਂ ਦੇ ਉੱਤੇ ਫੈਸਲੇ ਜਾਂ ਸਿੱਖ ਮਸਲਿਆਂ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਹੈ ਧਿਆਨ ਦਵਾ ਸਕਦਾ ਸੀ, ਜਾਂ ਸਿੱਖ ਮਸਲਿਆਂ ਦੇ ਹੱਲ ਵਾਸਤੇ ਫਾਇਦੇਮੰਦ ਹੋ ਸਕਦਾ ਸੀ? ਕੁਲਵੀਰ ਜੀ ਦੇਖੋ, ਫਾਇਦੇਮੰਦ ਹੋ ਸਕਦਾ ਸੀ ਜਾਂ ਨਹੀਂ ਹੋ ਸਕਦਾ ਸੀ, ਕਿਉਂਕਿ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਵੀ ਕੁਝ ਐਦਾਂ ਦੀਆਂ ਗੱਲਾਂ ਹੋਈਆਂ ਸੀਗੀਆਂ ਜਿਹੜੀਆਂ ਕਿ ਕੁਝ ਇੰਪਲੀਮੈਂਟ ਹੋ ਗਈਆਂ, ਕੁਝ ਹਜੇ ਨਹੀਂ ਹੋਈਆਂ, ਜਿਹਦੇ ਤੇ ਕੁਝ ਕੰਟਰੋਵਰਸੀ ਦੀਆਂ ਗੱਲਾਂ ਵੀ ਚੱਲ ਰਹੀਆਂ। ਬਿਲਕੁਲ ਜੇ ਸਰਬੱਤ ਖਾਲਸਾ ਹੁੰਦਾ ਤੇ ਉਹ ਮਤਲਬ ਮੈਂ ਤਾਂ ਇਹ ਕਹੂੰਗਾ ਕਿ ਜੇ ਹੋਵੇ ਤਾਂ ਉੱਥੇ ਮੈਟਰ ਤਾਂ ਜ਼ਰੂਰ ਉੱਠਣਗੇ ਸਿੱਖ ਸੰਗਤ ਦੇ ਨਾਲ ਰਿਲੇਟਡ, ਲੇਕਿਨ ਉਹਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹ ਕਿੰਨੇ ਇੰਪਲੀਮੈਂਟ ਹੋਣਗੇ ਜਾਂ ਉਹ ਕਿੰਨੇ ਕੁ ਅਸਰਦਾਰ ਰਹਿਣਗੇ, ਉਸ ਤੋਂ ਬਾਅਦ ਉਹ ਸਾਰੀ ਦੀ ਸਾਰੀ ਗੱਲ ਉੱਥੇ ਕੰਸੈਂਟਰੇਟ ਹੋ ਜਾਂਦੀ ਹੈ। ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਪੋਲੀਟੀਕਲੀ ਇਨਵੋਲਵਮੈਂਟ ਜਿਹੜੀ ਸ਼ਮੂਲੀਅਤ ਹੋ ਗਈ ਸੀ ਬਾਕੀ ਪਾਰਟੀਆਂ ਦੀ, ਜਿੱਦਾਂ ਟਾਂਡੇ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਵਰਕਰਜ਼ ਹੈ ਪਿੰਡਾਂ ਦੇ ਵਿੱਚ ਬਹੁਤ ਸਕਰੀਏ ਹੈ, ਉਹ ਇਸ ਸਰਬੱਤ ਖਾਲਸੇ ਨੂੰ ਹੋਣ ਦੇਣ ਦੇ ਵਿੱਚ ਕਾਫੀ ਮਤਲਬ ਐਗਰੀ ਕਰਦੇ ਸੀ ਕਿ ਹੋਵੇ ਤੇ ਸਾਨੂੰ ਇੱਕ ਪਲੇਟਫਾਰਮ ਮਿਲੇ। ਤਾਂ ਕਿਵੇਂ ਨਾ ਕਿਵੇਂ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਕਿਸੇ ਹੋਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਜਾਂ ਹੋਰ ਇੱਦਾਂ ਦੀ ਕਈ ਹੋਰ ਜਥੇਬੰਦੀਆਂ ਜਿਹੜੀਆਂ ਕਿ ਸਰਬੱਤ ਖਾਲਸਾ ਦੇ ਵਿੱਚ ਸ਼ਮੂਲੀਅਤ ਕਰਦੀਆਂ, ਔਰ ਉੱਥੇ ਇਸ ਸਰਬੱਤ ਖਾਲਸਾ ਦੇ ਵਿੱਚ ਜਿਹੜੇ ਸਿੱਖਾਂ ਦੇ ਨਾਲ ਰਿਲੇਟਡ ਜਾਂ ਜਿਹੜੇ ਸਿੱਖ ਸੰਗਤ ਦੇ ਨਾਲ ਰਿਲੇਟਡ ਮੁੱਦੇ ਸੀਗੇ ਉਹ ਮੇਰੇ ਹਿਸਾਬ ਨਾਲ ਉਠਾਏ ਜ਼ਰੂਰ ਜਾਂਦੇ, ਲੇਕਿਨ ਉਹਦੇ ਉੱਪਰ ਜਿਹੜੀ ਪਰਤ ਦੀ ਰੰਗਤ ਆ ਜਾਣੀ ਸੀਗੀ ਉਹ ਸਾਰੀ ਪੋਲੀਟੀਕਲ ਆ ਜਾਣੀ ਸੀ। ਪਰ ਜਦੋਂ ਏਦਾਂ ਦੀ ਕੋਈ ਰੈਲੀ ਹੁੰਦੀ ਹੈ ਜਾਂ ਜਦੋਂ ਏਦਾਂ ਦਾ ਕੁਝ ਹੋਣ ਜਾ ਰਿਹਾ ਹੁੰਦਾ ਤਾਂ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਸਟੈਪ ਚੱਕਣਾ ਉਸ ਸਰਕਾਰ ਦੇ ਉੱਪਰ ਆਪਣੇ ਆਪ ਲਈ ਨੈਗੇਟਿਵ ਸ਼ੋ ਹੋ ਗਿਆ। ਦਲਰਾਜ ਜੀ, ਆਪਾਂ ਨੂੰ ਲੱਗਦਾ ਕਿ ਸਿੱਖ ਮਸਲਿਆਂ ਦੇ ਉੱਪਰ ਗੰਭੀਰਤਾ ਨਾਲ ਅਗਰ ਸਰਬੱਤ ਖਾਲਸਾ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਂਦੀ ਆ ਤੇ ਉਹਨਾਂ ਦੇ ਹੱਲ ਹੋ ਸਕਦੇ ਆ, ਕਿਉਂਕਿ ਜਦੋਂ ਹੱਲ ਆਉਣ ਦੀ ਗੱਲ ਆਉਣੀ ਆ ਸਰਕਾਰਾਂ ਫਿਰ ਮੋਰੇ ਇਹੀ ਹੋਣੀਆਂ ਜੀ। ਸਰ ਕੁਲਵੀਰ ਜੀ, ਡੈਫੀਨੇਟਲੀ ਜਦੋਂ ਵੀ ਗੰਭੀਰਤਾ ਵਰਡ ਤੁਸੀਂ ਯੂਜ਼ ਕੀਤਾ, ਜੇ ਗੰਭੀਰਤਾ ਨਾਲ ਕੀਤਾ ਜਾਵੇ ਤੇ ਹਰ ਚੀਜ਼ ਦਾ ਹੱਲ ਹੈ, ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ। ਪਰ ਆਪਾਂ ਇਹ ਨਹੀਂ ਇਸ ਵਾਰ ਸਰਬੱਤ ਖਾਲਸਾ ਹੋਣ ਜਾ ਰਿਹਾ, 5-7-10 ਜਥੇਬੰਦੀਆਂ ਰਲ ਕੇ ਉਹਨੂੰ ਬਹੁਤ ਗੰਭੀਰਤਾ ਨਾਲ ਕਰ ਲੈਣਗੇ। ਜਿਹੜੇ ਇਸ ਵਾਰ ਜਥੇਬੰਦੀਆਂ ਜੁੜ ਕੇ ਸਰਬੱਤ ਖਾਲਸਾ ਵੀ ਕਰ ਰਹੀਆਂ, ਉਹ ਵੀ ਲੋਕਾਂ ਨੂੰ ਇਹ ਕਲੈਰੀਫਿਕੇਸ਼ਨ ਦੇਣ ਤੇ ਲੱਗੀਆਂ ਕਿ ਇਹ ਮਾਨ ਦਲ ਸਰਬੱਤ ਖਾਲਸਾ ਨਹੀਂ ਕਰ ਰਿਹਾ, ਇਹ ਅਸੀਂ ਕਾਮਨ ਬੰਦੇ ਕਰ ਰਹੇ ਹਾਂ, ਸਭ ਜਥੇਬੰਦੀਆਂ ਮਿਲ ਕੇ ਕਰ ਰਹੀਆਂ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਬੈਠ ਚੁੱਕਾ ਕਿ ਇਹ ਜਿਹੜਾ ਸਰਬੱਤ ਖਾਲਸਾ ਹੈ ਇਹ ਵੀ ਪੋਲੀਟਿਕਸ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਵਾ, ਕਿਤੇ ਨਾ ਕਿਤੇ ਰਾਜਨੀਤੀ ਇਹਦੇ ਤੇ ਭਾਰੂ ਹੈਗੀ ਹੈ। ਤੇ ਉਸ ਲੈਵਲ ਤੇ ਲੋਕੀ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਮੇਰੇ ਪੈਨਲਿਸਟ ਕਹਿ ਰਹੇ ਆ ਕਿ ਬਹੁਤ ਲੋਕਾਂ ਨੇ ਜਾਣਾ ਸੀ, ਬਹੁਤ ਲੋਕਾਂ ਨੇ ਸ਼ਮੂਲੀਅਤ ਕਰਨੀ ਸੀ ਇਸ ਵਾਰ ਸਰਬੱਤ ਖਾਲਸਾ 'ਚ, ਪਿੰਡਾਂ 'ਚੋਂ ਬੜੇ ਜਾਣੇ ਸੀਗੇ। ਮੈਂ ਨਹੀਂ ਸਮਝਦਾ ਕਿ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ, ਕਿਸੇ ਵੀ ਪਾਰਟੀ ਦਾ ਕੋਈ ਲੀਡਰ ਇਸ ਵਾਰ ਸਰਬੱਤ ਖਾਲਸਾ ਵਿੱਚ ਉੱਥੇ ਜਾਂਦਾ।
ਪਿਛਲੀ ਵਾਰ ਡੈਫੀਨੇਟਲੀ ਕਾਂਗਰਸ ਦੇ ਕੁਝ ਇੱਕ ਦੋ ਲੀਡਰ ਉੱਥੇ ਗਏ ਸੀਗੇ, ਕਹਾਣੀ ਉਦੋਂ ਹੋਰ ਕੋਈ ਸੀਗੀ। ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਗੁੱਸਾ ਸੀਗਾ, ਲੋਕੀ ਭਰੇ ਪੀਤੇ ਪਏ ਸੀ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀਗੀ। ਪਰ ਇਸ ਵਾਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਪਿਛਲੀ ਵਾਰੀ ਬਹੁਤ ਜਥੇਬੰਦੀਆਂ ਸੀ ਜਿਹੜੀਆਂ ਇੱਕ ਪਲੇਟਫਾਰਮ ਤੇ ਆ ਕੇ ਸਰਬੱਤ ਖਾਲਸਾ ਕੀਤਾ ਸੀ। ਇਸ ਵਾਰ ਉਹ ਬਹੁਤ ਥੋੜੀਆਂ ਜਿਹੀਆਂ ਜਥੇਬੰਦੀਆਂ ਰਹਿ ਗਈਆਂ ਜਿਹੜੀਆਂ ਇੱਕ ਪਲੇਟਫਾਰਮ ਤੇ ਆ ਕੇ ਇਹ ਸਰਬੱਤ ਖਾਲਸਾ ਆਰਗੇਨਾਈਜ਼ ਕਰਦੀਆਂ ਪਈਆਂ। ਤੇ ਮੈਂ ਨਹੀਂ ਸਮਝਦਾ ਕਿ ਇਹਦਾ ਕੋਈ ਬਹੁਤ ਵੱਡਾ ਅਸਰ ਸਿੱਖਾਂ ਦੇ ਮਸਲਿਆਂ ਤੇ ਪੈਣਾ ਸੀਗਾ ਜਾਂ ਕੋਈ ਹੱਲ ਨਿਕਲ ਸਕਦਾ ਸੀਗਾ, ਕਿਉਂਕਿ ਥੋੜ੍ਹੀਆਂ ਜਿਹੀਆਂ ਜਥੇਬੰਦੀਆਂ ਮਿਲ ਕੇ ਕਦੀ ਵੀ ਹੱਲ ਨਹੀਂ ਕੱਢ ਸਕਦੀਆਂ। ਹੱਲ ਉਦੋਂ ਹੀ ਨਿਕਲੇਗਾ ਜਦੋਂ ਸਾਰੀਆਂ ਸਿੱਖ ਜਥੇਬੰਦੀਆਂ, ਆਲਮੋਸਟ ਸਾਰੀਆਂ ਸਿੱਖ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਕੇ ਸਿੱਖਾਂ ਦੀ ਭਲਾਈ ਦੀ ਗੱਲ ਕਰਨਗੀਆਂ, ਸਿੱਖਾਂ ਦੇ ਭਲੇ ਦੀ ਗੱਲ ਕਰਨਗੀਆਂ, ਜਿਹਦੇ ਵਿੱਚ ਪੋਲਿਟਿਕਸ ਦੀ ਕੋਈ ਵੀ ਜਗ੍ਹਾ ਨਹੀਂ ਹੋਏਗੀ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦੀਸ਼ ਜੀ ਵੱਲ ਜਾਵਾਂ, ਮੈਂ ਇੱਕ ਕਾਲ ਲੈਣੀ ਚਾਹਾਂਗਾ ਜੀ। 6855 ਲਾਸਟ 4 ਨੰਬਰ ਨੇ ਜੀ, 6855। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ ਅੱਜ ਦੇ ਸਾਡੀ ਇਸ ਗੱਲਬਾਤ ਦੇ ਉੱਪਰ ਜੀ? ਹਾਂਜੀ, ਮੈਂ ਨਾ ਕੱਲ੍ਹ ਅਸੀਂ ਸਵੇਰੇ ਮੈਂ ਦੇਖਿਆ ਸੀ ਟਿਕਿਆ ਤੇ ਵੀ ਸਿੱਖ ਰਹਿਤ ਵਗੈਰਾ ਵਾਲੇ ਆਪਣੇ ਗਿਆਨੀ ਗੁਰਬਖਸ਼ ਸਿੰਘ ਨਹੀਂ ਹੈਗੇ ਜੀ, ਇਹ ਬੰਗਲਾ ਵਾਲੇ ਕਥਾ ਕਰਦੇ ਆ ਜੀ, ਉਹਨਾਂ ਦੀ ਫੇਸਬੁੱਕ ਤੇ ਪਾ ਕੇ ਦੇਖੋ ਜਾਂ ਉਹਦੇ ਗੂਗਲ ਤੇ ਪਾ ਕੇ ਦੇਖੋ, ਕਿਉਂਕਿ ਧੱਕਾ ਬਹੁਤ ਹੋ ਰਿਹਾ ਹੈਗਾ। ਕੱਲ 5 ਨਵੰਬਰ ਨੂੰ ਉਹਨਾਂ ਨੇ ਇੰਗਲੈਂਡ ਲੰਡਨ ਦੇ ਵਿੱਚ ਇੱਕ ਬੜਾ ਤਕੜਾ ਕੀਤਾ ਹੈਗਾ, ਸਿੱਖ ਰਹਿਤ ਮਰਿਆਦਾ ਕੀ ਹੈ ਜੀ। ਇੱਕ ਲਿਫਾਵੇ ਚ ਬਰੋਂਗਲ ਕਰਦਾ, ਬਰੋਂਗਲ ਨੂੰ ਕੀ ਪਤਾ ਵੀ ਕੀ ਸਿੱਖ ਧਰਮ ਕੀ ਹੈਗਾ ਜੀ, ਮੱਕਾ ਨੂੰ ਕੀ ਪਤਾ ਵੀ ਸਿੱਖ ਧਰਮ ਕਿਆ ਕੀ ਹੈਗਾ, ਕਿਉਂਕਿ ਅਸੀਂ ਪਿੱਛੇ ਨਹੀਂ ਜਾਈਏ ਸਾਰੀਆਂ ਗੱਲਾਂ। ਬਿਲਕੁਲ ਜੀ, ਇਸੇ ਕਰਕੇ ਜਿਹੜਾ ਮੈਂ ਇਸ ਵੇਲੇ ਸਵਾਲ ਵੀ ਉਠਾਇਆ ਸੀ, ਮੈਂ ਇਹੀ ਉਠਾਇਆ ਸੀ ਕਿ ਕੀ ਸਰਬੱਤ ਖਾਲਸਾ ਅਸੀਂ ਜਦੋਂ ਕਰਵਾਉਂਦੇ ਆ, ਚਾਹੇ ਕੁਝ ਜਥੇਬੰਦੀਆਂ ਹੋਣ, ਉਹਦੇ ਕਰਕੇ ਉਹਨਾਂ ਨੇ ਪਹਿਲਾਂ ਕਰਵਾਈ ਕੀਤੀ ਸੀਗੀ ਸਿੱਖ ਰਾਜ ਮਰਿਆਦਾ ਕਰਕੇ। ਉਹਨਾਂ ਨੇ ਪਹਿਲਾਂ ਇਹ ਕੀਤੀ ਸੀ 5 ਨਵੰਬਰ ਨੂੰ ਕੀਤੀ ਸੀਗੀ, ਪਰਸੋਂ ਸੈਚਰਡੇ ਵਾਲੇ ਦਿਨ ਲੰਡਨ ਦੇ ਵਿੱਚ। ਗਿਆਨੀ ਗੁਰਬਖਸ਼ ਸਿੰਘ ਤੁਸੀਂ ਯਾਦ ਨਹੀਂ ਕਰੇ ਗੁਰਬਖਸ਼ ਸਿੰਘ ਨਹੀਂ, ਤੁਸੀਂ ਤੁਹਾਡਾ ਕੀ ਵਿਚਾਰ ਨੇ? ਤੁਸੀਂ ਕੀ ਚਾਹੁੰਦੇ ਹੋ ਕਿ ਜੇ ਅਸੀਂ ਇਸ ਵੇਲੇ ਗੱਲ ਕਰ ਰਹੇ ਹਾਂ ਗਲਤ, ਕਿਉਂਕਿ ਬਾਲਕ ਕਿੰਨਾ ਚਿਰ, ਕਿਉਂਕਿ ਇਹ ਕਿੰਨਾ ਚਿਰ ਗਲਤ ਕੰਮ ਕਰ ਲੂ ਬਾਲਕ ਜੀ। ਤੁਹਾਨੂੰ ਉਮੀਦ ਹੈ ਨੇ ਕਹਿਤਾ ਜਗਦੀਸ਼ ਚੈਟਲ ਜਾਂ ਉਹਦੀਆਂ ਪੁਰਾਣੀਆਂ ਫੋਟੋਆਂ 4-3 ਵਾਰੀ ਪਈਆਂ ਹੋਈਆਂ ਫੇਸਬੁੱਕ ਤੇ ਉਸ ਵੇਲੇ ਕੈਪਟਨ ਨੇ ਕਹਿਤਾ ਵੀ ਉਸ ਵੇਲੇ ਦਿੱਲੀ ਦੰਗਿਆਂ ਦੇ ਵਿੱਚ ਉਹ ਟਾਈਟਲ ਉੱਥੇ ਹੈ ਨਹੀਂ ਸੀਗਾ। ਅਸੀਂ ਕੈਪਟਨ ਦੇ ਇਹੋ ਜਿਹੇ ਬੰਦੇ ਦੀ ਕੀ ਹੋਈ, ਉਹ ਸਾਡੇ ਕੋਲ ਆਇਆ ਸੀਗਾ, ਉਹਦੀ ਜ਼ਰੂਰਤ ਹੀ ਪਈ ਹੈ ਜੀ ਵੀ ਉਹ ਕੋਈ ਕਿਸੇ ਗੱਲ ਦੀ ਬਾਤ ਹੁੰਦਾ ਸੀਗਾ। ਜੀ ਜੀ, ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਚੱਕਰ ਇਹ ਹੈਗਾ ਵੀ ਉੱਥੇ ਦਾ ਬੋਲੀ ਜਿਹੜੇ ਸਾਰੇ ਜੋ ਮਰਜ਼ੀ ਹੈਗਾ, ਪਰ ਆ ਇਹ ਕੱਲ੍ਹ ਵਾਲੀ ਮੈਂ ਬਣ ਕੇ ਕੱਲ੍ਹ ਵਾਲੀ ਸਿੱਖ ਰਹਿਤ ਮਰਿਆਦਾ ਬਾਰੇ ਆਪਣੇ ਗਿਆਨੀ ਗੁਰਬਖਸ਼ ਸਿੰਘ ਕੀ ਕੋਮਲ ਹੈ ਕੋਲ ਕੀ ਆਵੇ ਨਾ ਜੀ। ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਜਾਣਦਾ, ਮਾਫੀ ਚਾਹਾਂਗਾ, ਪਰ ਮੈਂ ਤੁਹਾਡਾ ਇਹ ਜਿਹੜੇ ਹੈਗੇ ਮੈਂ ਜ਼ਰੂਰ ਦੇਖਾਂਗਾ। ਇੰਡੀਆ ਜਾ ਕੇ 15 ਸਾਲ ਵੀ ਕਦਾ ਕੀਤੀ ਜਾਵੇ, ਕਈ ਵਾਰ ਵਾਚ ਰਹੇ ਜੀ। ਤੇ ਤੁਸੀਂ ਉਹਦੀ ਫੇਸਬੁੱਕ ਤੇ ਪੜ੍ਹ ਕੇ ਮੈਂ ਤੁਹਾਨੂੰ ਈਮੇਲ ਵੀ ਕਰ ਦਵਾਂ, ਕੱਲ ਨੂੰ ਮੈਂ ਦੇਖ ਕੇ ਤੈਨੂੰ ਮੈਂ ਤੁਹਾਨੂੰ ਭੇਜ ਦਊਂਗਾ। ਗੱਲ ਇਸ ਵੇਲੇ ਗੱਲ ਹੈਗੀ ਜੀ, ਕਿਉਂਕਿ ਸਰ ਜਿਹੜੀਆਂ ਜਥੇਬੰਦੀਆਂ ਸਰਬੱਤ ਖਾਲਸਾ ਕਰਵਾ ਰਹੀਆਂ ਉਹਨਾਂ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਅਕਾਲ ਤਖਤ ਸਾਹਿਬ ਦੇ ਜਥੇਦਾਰ, 5 ਪਿਆਰੇ ਸਾਹਿਬਾਨ ਨੇ। ਮੇਰਾ ਖਿਆਲ ਆ ਆਪਾਂ ਜੇ ਰਹਿਤ ਮਰਿਆਦਾ ਆਪਾਂ ਜ਼ਿਆਦਾ ਡਿਸਕਸ ਨਹੀਂ ਕਰ ਸਕਦੇ, ਅਸੀਂ ਜ਼ਿਆਦਾ ਰਹਿਤ ਮਰਿਆਦਾ ਇੱਥੇ ਡਿਸਕਸ ਨਹੀਂ ਕਰ ਸਕਦੇ, ਕਿਉਂਕਿ ਇਹ ਉਹਨਾਂ ਬੁੱਧੀਜੀਵੀਆਂ ਦਾ ਕੰਮ ਆ ਜਿਹੜੇ ਧਾਰਮਿਕ ਵਿਸ਼ਿਆਂ ਦੇ ਨਾਲ ਜੁੜੇ ਹੋਏ ਨੇ, ਤੇ ਉਹ ਜਦੋਂ ਕਰਦੇ ਨੇ ਅਸੀਂ ਉਹਦੇ ਉੱਪਰ ਆਪਣੇ ਵਿਚਾਰ ਵੀ ਪ੍ਰਗਟ ਨਹੀਂ ਕਰ ਸਕਦੇ। ਪਰ ਜੋ ਅਸੀਂ ਜਿਸ ਚੀਜ਼ ਨੂੰ ਅਸੀਂ ਦੇਖ ਰਹੇ ਹਾਂ, ਜਿਸ ਚੀਜ਼ ਨੂੰ ਅਸੀਂ ਦੇਖਣਾ ਚਾਹ ਰਹੇ ਹਾਂ, ਅਸੀਂ ਇਹ ਦੇਖਣਾ ਚਾਹ ਰਹੇ ਹਾਂ ਕਿ ਸਰ ਮੈਂ ਸਮਝ ਸਕਦਾ ਗੱਲ ਤੁਹਾਡੀ ਜੀ, ਮੈਂ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੇਰਾ ਸਵਾਲ ਇਸ ਵੇਲੇ ਇਹ ਸੀਗਾ ਕਿ ਕੀ ਸਰਬੱਤ ਖਾਲਸਾ ਜਿਹੜੀਆਂ ਜਥੇਬੰਦੀਆਂ ਇਸ ਵੇਲੇ ਕਰਾਉਣ ਜਾ ਰਹੀਆਂ, ਕੀ ਉਹ ਸਿੱਖਾਂ ਦੇ ਮਸਲਿਆਂ ਨੂੰ ਐਡਰੈਸ ਕਰਨਗੀਆਂ? ਕੀ ਸਿੱਖਾਂ ਦੇ ਮਸਲਿਆਂ ਨੂੰ ਕਿਤੇ ਨਾ ਕਿਤੇ ਜਾ ਕੇ ਹੱਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਸਰਬੱਤ ਖਾਲਸਾ ਤੋਂ? ਉਹ ਬਰੋਂਗਲ ਨੂੰ ਬਿਠਾ ਦੋ ਤੇ ਬਰੋਂਗਲ ਨੂੰ ਕੀ ਅਕਲ ਆ, ਉਹਨੂੰ ਨਾ ਗੱਲ ਕਰਨ ਦੀ ਅਕਲ ਹੈ ਨਾ ਉਹਨੂੰ ਬੋਲਣ ਦੀ ਅਕਲ। ਅਸੀਂ ਐਸਜੀਪੀਸੀ ਦੀ ਗੱਲ ਨਹੀਂ ਕਰ ਰਹੇ ਸਰ, ਅਸੀਂ ਐਸਜੀਪੀਸੀ ਦੀ ਗੱਲ ਨਹੀਂ ਕਰ ਰਹੇ। ਤੁਹਾਨੂੰ ਵੀ ਪਤਾ ਕਿ ਜੋ ਐਸਜੀਪੀਸੀ ਹੈ ਔਰ ਜੋ ਸਰਬੱਤ ਖਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ ਦੋਨੋਂ ਅੱਡ-ਅੱਡ ਹਨ, ਦੋਨੋਂ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਹਨ। ਇਸੇ ਕਰਕੇ ਤਾਂ ਰੌਲਾ ਪੈ ਰਿਹਾ ਜੀ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਜੀ। ਰੌਲਾ ਇਸ ਕਰਕੇ ਪੈ ਰਿਹਾ ਵੀ 20 ਬੰਦੇ ਇਕੱਠੇ ਕਰਨ ਉਹਦੀ ਡਿਸਕਸ ਹੋਵੇ, ਸਿੱਖ ਧਰਮ ਨੂੰ ਕੌਣ ਚਲਾ ਸਕਦਾ। ਥੈਂਕ ਯੂ ਸਰ, ਥੈਂਕ ਯੂ ਜੀ।
ਮੇਰੇ ਨਾਲ ਸ਼ਬਦੀਪ ਜੀ ਜੁੜੇ ਹੋਏ ਨੇ। ਸ਼ਬਦੀਪ ਜੀ, ਮੈਂ ਬਾਰ-ਬਾਰ ਉਸ ਗੱਲ ਵੱਲ ਨੂੰ ਧਿਆਨ ਲਿਆਉਣਾ ਚਾਹ ਰਿਹਾ ਸੀ, ਚਾਹੇ ਸਰਬੱਤ ਖਾਲਸਾ ਕੁਝ ਜਥੇਬੰਦੀਆਂ ਕਰਾਉਣ, ਚਾਹੇ ਸਾਰੀ ਸੰਗਤ ਇਕੱਠੀ ਹੋ ਕੇ ਕਰਾਵੇ। ਪਿਛਲੀ ਵਾਰ ਜਦੋਂ ਸਰਬੱਤ ਖਾਲਸਾ ਹੋਇਆ ਸੀਗਾ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਬੜੀ ਜਲਦੀ ਦੇ ਵਿੱਚ ਕਰਵਾਇਆ ਜਾ ਰਿਹਾ। ਪੂਰੇ ਵਿਸ਼ਵ ਦੇ ਵਿੱਚ ਇੱਕ ਗੱਲ ਨੇ ਬੜਾ ਹੀ ਜ਼ੋਰ ਫੜਿਆ ਸੀ ਕਿ ਸਰਬੱਤ ਖਾਲਸਾ ਕਿਸ ਤਰੀਕੇ ਨਾਲ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ, ਉਹਦੇ ਵਿੱਚ ਕੀ ਰੂਲ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਆ। ਪੂਰਾ ਇਤਿਹਾਸ ਸਟੱਡੀ ਕਰਕੇ, ਪੁਰਾਣੇ ਸਰਬੱਤ ਖਾਲਸੇ ਸਟੱਡੀ ਕਰਕੇ ਇੱਕ ਰੂਪ ਰੇਖਾ ਤਿਆਰ ਕੀਤੀ ਜਾਊਗੀ, ਇੱਕ ਬਲੂ ਪ੍ਰਿੰਟ ਤਿਆਰ ਕੀਤਾ ਜਾਊਗਾ ਕਿ ਸਰਬੱਤ ਖਾਲਸਾ ਕਿੱਦਾਂ ਕਰਵਾਇਆ ਜਾਊਗਾ। ਇੱਥੇ ਤੱਕ ਵੀ ਮੰਗ ਉੱਠੀ ਸੀ ਕਿ ਵਿਦੇਸ਼ਾਂ ਵਿੱਚ, ਕਿਉਂਕਿ ਹੁਣ ਸਿੱਖਾਂ ਦੀ ਬਹੁਤ ਭਾਰੀ ਮਾਤਰਾ ਦੇ ਵਿੱਚ ਗਿਣਤੀ ਹੈ, ਜੇ ਆਪਾਂ UK, ਕੈਨੇਡਾ, ਅਮਰੀਕਾ ਦੀ ਗੱਲ ਕਰੀਏ ਜਾਂ ਆਪਾਂ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਵੀ ਗੱਲ ਕਰੀਏ ਤਾਂ ਸਿੱਖ ਲੋਕਾਂ ਦੀ ਬਹੁਤ ਵੱਡੀ ਮਾਤਰਾ ਜਿਹੜੀ ਹੈਗੀ ਹੈ ਇਸ ਵੇਲੇ ਪੰਜਾਬ ਤੋਂ ਬਾਹਰ ਵੀ ਆ। ਉਹਨਾਂ ਦੀ ਸ਼ਮੂਲੀਅਤ ਸਰਬੱਤ ਖਾਲਸਾ ਵਿੱਚ ਕਿਸ ਤਰੀਕੇ ਨਾਲ ਕੀਤੀ ਜਾਵੇ, ਇੱਕ ਰੂਪ ਰੇਖਾ ਤਿਆਰ ਹੋਣੀ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਉਸ ਵੇਲੇ ਜਥੇਬੰਦੀਆਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਕਿ ਇੱਕ ਬਲੂ ਪ੍ਰਿੰਟ ਜਾਰੀ ਕੀਤਾ ਜਾਊਗਾ ਅਗਲੇ ਸਰਬੱਤ ਖਾਲਸਾ ਤੋਂ ਪਹਿਲਾਂ ਕਿ ਕਿਸ ਤਰੀਕੇ ਨਾਲ ਸਰਬੱਤ ਖਾਲਸਾ ਹੋਇਆ ਕਰੂਗਾ, ਕਿੱਦਾਂ ਸੱਦਿਆ ਜਾਊਗਾ ਔਰ ਉਹਦੇ ਵਿੱਚ ਕਿਹੜੀ ਸੰਗਤ ਦੀ ਕਿੱਦਾਂ ਸ਼ਮੂਲੀਅਤ ਹੋਊਗੀ, ਉਹ ਅਜੇ ਤੱਕ ਕੁਝ ਵੀ ਫਾਈਨਲਾਈਜ਼ ਨਹੀਂ ਹੋਇਆ। ਔਰ ਇਸ ਵਾਰ ਵੀ ਸਰਬੱਤ ਖਾਲਸਾ ਜੋ ਹੈ ਉਹ ਡਾਵਾਂਡੋਲ ਸਥਿਤੀ ਦੇ ਵਿੱਚ ਹੈ ਸਰਕਾਰ ਦੇ ਵਿਰੋਧ ਕਰਕੇ। ਸ਼ਬਦੀਪ ਜੀ, ਮੇਰਾ ਕਹਿਣ ਦਾ ਮਤਲਬ ਸੀਗਾ ਕਿ ਕੀ ਸਰਬੱਤ ਖਾਲਸਾ ਕਰਵਾ ਕੇ ਅਸੀਂ ਸਿੱਖਾਂ ਦੇ ਮਸਲਿਆਂ ਨੂੰ ਐਡਰੈਸ ਕਰ ਸਕਾਂਗੇ? ਜੇ ਐਡਰੈਸ ਕਰ ਸਕਾਂਗੇ ਤਾਂ ਕੀ ਉਹਨਾਂ ਦੇ ਹੱਲ ਤੱਕ ਪਹੁੰਚ ਸਕਦੇ ਹਾਂ? ਕਿਉਂਕਿ ਸਾਹਮਣੇ ਹਮੇਸ਼ਾ ਇਹੀ ਸਰਕਾਰਾਂ, ਇਹੀ ਦੇਸ਼ ਰਹਿਣਾ। ਵੀਰ ਜੀ, ਤੁਸੀਂ ਸ਼ੁਰੂ ਦੇ ਵਿੱਚ ਜਦੋਂ ਇਹ ਸਵਾਲ ਸਾਰਿਆਂ ਲਈ ਰੱਖਿਆ ਸੀ ਤਾਂ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਕਿ ਕੀ ਸਰਬੱਤ ਖਾਲਸਾ ਸਿੱਖ ਭਾਈਚਾਰੇ ਨੂੰ ਕੋਈ ਸੇਧ ਦੇ ਸਕਦਾ? ਮੇਰਾ ਇਹ ਸਵਾਲ ਹੈ ਇਹਦੇ ਤੇ ਬਦਲਵੇਂ ਰੂਪ ਦੇ ਵਿੱਚ ਕਿ ਕੀ ਕੋਈ ਐਸਾ ਵਿਅਕਤੀ, ਕੀ ਕੋਈ ਐਸੀਆਂ ਜਥੇਬੰਦੀਆਂ ਦਾ ਗੱਠਜੋੜ ਐਸੀ ਸੇਧ ਦੇ ਸਕਦਾ ਜਿਹੜੀ ਆਪਣੀ ਸੇਧ ਵੀ ਜਿਹਦੇ ਸਾਹਮਣੇ ਕਲੀਅਰ ਨਾ ਹੋਵੇ? ਪਿਛਲੀ ਵਾਰ ਜਦੋਂ ਸਰਬੱਤ ਖਾਲਸਾ ਹੋਇਆ ਤਾਂ ਉਦੋਂ ਮਾਨ ਸਾਹਿਬ ਨੂੰ ਮੰਚ ਦੇ ਉੱਤੋਂ ਇਸ ਗੱਲ ਲਈ ਨਹੀਂ ਸੀ ਬੋਲਣ ਦਿੱਤਾ ਗਿਆ ਕਿ ਉਹਨਾਂ ਤੋਂ ਖਤਰਾ ਸੀ ਕਿ ਉਹ ਖਾਲਿਸਤਾਨ ਦੀ ਗੱਲ ਕਰ ਸਕਦੇ ਨੇ। ਇਸ ਵਾਰ ਜਦੋਂ ਸਰਬੱਤ ਖਾਲਸਾ ਹੋਣ ਜਾ ਰਿਹਾ ਵਾ ਤਾਂ ਇਸ ਤਰ੍ਹਾਂ ਲੱਗਦਾ ਕਿ ਜੋ ਕੁਝ ਉੱਥੇ ਵਾਪਰੇਗਾ ਉਹ ਮਾਨ ਸਾਹਿਬ ਦੇ ਹਵਾਲੇ ਦੇ ਨਾਲ ਵਾਪਰੇਗਾ, ਮਾਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਵਾਪਰੇਗਾ। ਇਸੇ ਕਰਕੇ ਬਹੁਤ ਸਾਰੀਆਂ ਜਥੇਬੰਦੀਆਂ ਪਿੱਛੇ ਹਟ ਗਈਆਂ। ਉਹਨਾਂ ਜਥੇਬੰਦੀਆਂ ਦੇ ਉੱਤੇ ਮਾਨ ਸਾਹਿਬ ਜਾਂ ਦੂਸਰੇ ਸਰਬੱਤ ਖਾਲਸਾ ਦੇ ਲੋਕ ਇਹ ਇਲਜ਼ਾਮ ਲਾ ਰਹੇ ਨੇ ਕਿ ਉਹ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਨਾਲ ਰਲੇ ਹੋਏ ਨੇ। ਔਰ ਜੇ ਅਸੀਂ ਇਹ ਗੱਲ ਕਹੀਏ ਕਿ ਸਰਬੱਤ ਖਾਲਸਾ ਸਿੱਖ ਭਾਈਚਾਰੇ 'ਚ ਪੈਦਾ ਹੋਈ ਦੁਬਿਧਾ ਤੋਂ ਮੁਕਤੀ ਦਾ ਇੱਕ ਮੰਚ ਹੋ ਸਕਦਾ, ਤਾਂ ਪਹਿਲਾ ਸਵਾਲ ਇਹੀ ਹੈ ਕਿ ਸਿੱਖ ਭਾਈਚਾਰੇ ਦੇ ਸਾਹਮਣੇ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡੀ ਦੁਬਿਧਾ ਕੀ ਹੈ? ਮੇਰੇ ਮੁਤਾਬਕ ਪੰਥਕ ਪਾਰਟੀਆਂ, ਮੈਂ ਉਹਨਾਂ ਲਈ ਸੋ ਕਾਲਡ ਪੰਥਕ ਜਥੇਬੰਦੀਆਂ ਇਸ ਸ਼ਬਦ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ, ਉਹਨਾਂ ਦੀ ਸਭ ਤੋਂ ਵੱਡੀ ਦੁਬਿਧਾ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਪੋਲਿਟਿਕਸ ਦੇ ਉੱਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਤਖਤਾਂ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਅਦਾਰੇਦਾਰੀ ਬਣ ਚੁੱਕੀ ਹੈ, ਇਹਨੂੰ ਕਿਵੇਂ ਤੋੜਿਆ ਜਾਵੇ? ਸਭ ਤੋਂ ਵੱਡੀ ਦੁਬਿਧਾ ਇਹ ਬਣ ਚੁੱਕੀ ਹੈ। ਪਰ ਇਸ ਦੁਬਿਧਾ ਤੋਂ ਮੁਕਤੀ ਦੇ ਲਈ ਉਹਨਾਂ ਕੋਲ ਇੱਕ ਤਰੀਕਾ ਇਹ ਆ ਕਿ ਇੱਕ ਹਿੱਸਾ ਇਹ ਮੰਨਦਾ ਕਿ ਜੇ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਪਾਵਰਫੁਲ ਕਰਕੇ ਪੰਜਾਬ ਦੇ ਵਿੱਚ ਬਦਲ ਦੇ ਤੌਰ ਤੇ ਖੜਾ ਕਰ ਲਈਏ, ਬਾਦਲ ਸਾਹਿਬ ਦੀ ਤਾਕਤ ਕਮਜ਼ੋਰ ਹੋ ਜਾਵੇ ਤੇ ਸਾਡਾ ਮਸਲਾ ਹੱਲ ਹੋ ਸਕਦਾ। ਮੇਰਾ ਕਹਿਣਾ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਮੁਕਤੀ ਚਾਹੁੰਦੀਆਂ, ਸਿੱਖ ਸੰਸਥਾਵਾਂ ਉੱਤੇ ਉਹਦੇ ਕਬਜ਼ੇ ਤੋਂ ਮੁਕਤੀ ਚਾਹੁੰਦੀਆਂ, ਤੇ ਉਹ ਇਸ ਗੱਲ ਲਈ ਤਿਆਰ ਨਹੀਂ ਕਿ ਉਹਦੇ ਲਈ ਜ਼ਮੀਨ ਵੀ ਉਹ ਖੁਦ ਤਿਆਰ ਕਰਨ, ਉਸ ਜ਼ਮੀਨ ਦੇ ਉੱਤੇ ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੀ ਫਸਲ ਵੀ ਬੀਜੀ ਜਾਵੇ, ਫਸਲ ਕੋਈ ਹੋਰ ਬੀਜੇ, ਜ਼ਮੀਨ ਕੋਈ ਹੋਰ ਹੋਵੇ, ਤੇ ਤੁਸੀਂ ਸਿੱਖੀ ਦੀ ਸਵਾਲ ਦੇ ਉੱਤੇ ਦੁਬਿਧਾ ਤੋਂ ਮੁਕਤ ਹੋਣ ਦੀ ਕਲਪਨਾ ਕਰੋ। ਮੇਰੇ ਮੁਤਾਬਕ ਪੰਥਕ ਜਥੇਬੰਦੀਆਂ, ਜਿਨ੍ਹਾਂ ਨੂੰ ਮੈਂ ਫਿਰ ਕਹਾਂਗਾ ਸੋ ਕਾਲਡ ਪੰਥਕ ਜਥੇਬੰਦੀਆਂ, ਖੁਦ ਬਹੁਤ ਬੁਰੀ ਤਰ੍ਹਾਂ ਸੇਧਹੀਣ ਨੇ, ਤੇ ਇਸ ਹਾਲਾਤ ਦੇ ਵਿੱਚ ਜੇ ਸਰਬੱਤ ਖਾਲਸਾ ਹੋ ਵੀ ਜਾਂਦਾ ਤਾਂ ਉਹ ਕੋਈ ਬਹੁਤ ਵੱਡੀ ਸੇਧ ਨਹੀਂ ਦੇ ਸਕਦੀਆਂ। ਹਾਲੇ ਅਸੀਂ ਇਹ ਨਹੀਂ ਕਹਿ ਸਕਦੇ, ਜਿਵੇਂ ਬਹੁਤ ਸਾਰੇ ਪੈਨਲ ਦੇ ਵਿੱਚ ਬੈਠੇ ਸਾਥੀ ਕਹਿ ਰਹੇ ਨੇ ਕਿ ਜੇ ਹੋ ਜਾਂਦਾ ਤਾਂ ਕੋਈ ਨੁਕਸਾਨ ਨਹੀਂ ਸੀ ਹੋ ਜਾਣਾ। ਅਸੀਂ ਹਾਲੇ ਵੀ ਇਹ ਨਾ ਕਹੀਏ ਕਿ ਉਹ ਹੋਇਆ ਨਹੀਂ ਹੈ। ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ
ਕਿ ਸਰਬੱਤ ਖਾਲਸਾ ਹੁਣ ਵੀ ਹੋ ਜਾਵੇ। ਸ਼ਾਮ ਤੱਕ ਜਦੋਂ ਕੋਰਟ ਦੇ ਵਿੱਚ ਸੁਣਵਾਈ ਹੋਏਗੀ, ਜਿਹੜੀ ਪੈਟੀਸ਼ਨ ਪਈ ਹੁੰਦੀ ਆ, ਹੋ ਸਕਦਾ ਉਹਦੇ ਵਿੱਚ ਕੋਈ ਐਸਾ ਫੈਸਲਾ ਆ ਜਾਵੇ ਕੋਰਟ ਦਾ ਜਿਹਦੇ ਵਿੱਚ ਇਸ ਗੱਲ ਦੀ ਆਸ ਕੀਤੀ ਜਾਂਦੀ ਆ ਕਿ ਉਹ ਇਹਨੂੰ ਰੋਕਣ ਦਾ ਯਤਨ ਨਹੀਂ ਕਰਨਗੇ। ਇਸ ਗੱਲ ਦਾ ਫੈਸਲਾ ਵੀ ਆ ਸਕਦਾ ਕਿ ਜਿਹੜੇ ਗ੍ਰਿਫਤਾਰ ਨਹੀਂ ਕੀਤੇ ਗਏ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਏਗੀ। ਰਸਤੇ ਦੇ ਵਿੱਚ ਰੋਕਣ ਲਾ ਕੇ ਹੋ ਸਕਦਾ ਕੋਰਟ ਕੋਈ ਵੀ ਫੈਸਲਾ ਦੇ ਦੇਵੇ। ਮੇਰੀ ਵੀ ਇੱਕ ਕਲਪਨਾ ਹੀ ਆ, ਪਰ ਇਸ ਜਿੰਨੀ ਦੇਰ ਤੱਕ ਇਹ ਫੈਸਲਾ ਆ ਨਹੀਂ ਜਾਂਦਾ ਉਨੀ ਦੇਰ ਤੱਕ ਅਸੀਂ ਇਹ ਵੀ ਨਾ ਕਹੀਏ ਕਿ ਇਹ ਸਰਬੱਤ ਖਾਲਸਾ ਨਹੀਂ ਹੋਣ ਜਾ ਰਿਹਾ। ਇਹ ਹੋ ਵੀ ਸਕਦਾ, ਔਰ ਸਰਕਾਰ ਇਹਨੂੰ ਜਿਸ ਤਰੀਕੇ ਦੇ ਨਾਲ ਰੋਕ ਰਹੀ ਹੈ ਉਹਦੇ ਨਾਲ ਹੋ ਸਕਦਾ ਗਿਣਤੀ ਲੋਕਾਂ ਦੀ ਘਟ ਜਾਵੇ, ਲੋਕੀ ਦਹਿਸ਼ਤ ਜ਼ਦਾ ਹੋ ਜਾਣ, ਉਹਨਾਂ ਨੂੰ ਪਹੁੰਚਣ ਦੇ ਵਿੱਚ ਦਿੱਕਤ ਮਹਿਸੂਸ ਹੋਵੇ। ਪਰ ਜਿੰਨਾ ਹਿੱਸਾ ਉੱਥੇ ਪਹੁੰਚੇਗਾ ਉਹ ਵਧੇਰੇ ਗੁੱਸੇ ਦੇ ਵਿੱਚ ਨਜ਼ਰ ਆਵੇਗਾ। ਜੇ ਰੂਟੀਨ ਦੇ ਵਿੱਚ ਸਰਬੱਤ ਖਾਲਸਾ ਹੋਣ ਦਿੱਤਾ ਜਾਂਦਾ ਤਾਂ ਸ਼ਾਇਦ ਉਹ ਗੁੱਸਾ ਉਸ ਸ਼ਕਲ ਦੇ ਵਿੱਚ ਨਾ ਹੁੰਦਾ। ਹੁਣ ਗਿਣਤੀ ਘਟ ਸਕਦੀ ਆ, ਪਰ ਗੁੱਸਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਮੰਚ ਉੱਤੇ ਵੀ ਨਜ਼ਰ ਆ ਸਕਦਾ, ਸਾਹਮਣੇ ਬੈਠੇ ਲੋਕਾਂ ਦੇ ਵਿੱਚ ਵੀ ਆ ਸਕਦਾ, ਔਰ ਜੇ ਨਹੀਂ ਹੁੰਦਾ ਤਾਂ ਗੁੱਸਾ ਕਿਸੇ ਹੋਰ ਸ਼ਕਲ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆ ਸਕਦਾ। ਇੱਕ ਸਰਬੱਤ ਖਾਲਸਾ ਤੁਸੀਂ ਰੋਕ ਸਕਦੇ ਹੋ, ਪਰ ਜੇ ਇਹ ਨਹੀਂ ਹੋਣ ਦਿੱਤਾ ਜਾਂਦਾ ਤਾਂ ਥਾਂ ਥਾਂ ਦੇ ਉੱਤੇ ਲੋਕ ਜਿਹੜੇ ਬਾਦਲ ਸਾਹਿਬ ਦੇ ਖਿਲਾਫ ਇਕੱਠ ਕਰਨਗੇ, ਛੋਟੇ ਜਾਂ ਵੱਡੇ, ਉਹਨਾਂ ਨੂੰ ਫਿਰ ਰੋਕਣਾ ਜ਼ਿਆਦਾ ਖਤਰਨਾਕ ਹੋ ਜਾਏਗਾ। ਔਰ ਜਿਸ ਬਹਾਨੇ ਨਾਲ ਰੋਕਣ ਦਾ ਯਤਨ ਕੀਤਾ ਜਾ ਰਿਹਾ ਕਿ ਹਾਲਾਤ ਖਰਾਬ ਹੋਣਗੇ, ਜੇ ਇੱਕ ਸਮਾਗਮ ਨਹੀਂ ਹੋਣ ਦਿੱਤਾ ਜਾਏਗਾ, ਜਿਹਨੂੰ ਮੈਂ ਫਿਰ ਕਹਾਂਗਾ ਕਿ ਪੋਲੀਟੀਕਲ ਸਮਾਗਮ ਹੀ ਹੈ ਇੱਕ ਤਰ੍ਹਾਂ ਦਾ ਤਰ੍ਹਾਂ ਨਾਲ, ਉਹਦੇ ਖਿਲਾਫ ਇੱਕ ਪੋਲੀਟੀਕਲ ਸਾਜ਼ਿਸ਼ ਜੇ ਰਚਣਗੇ ਸੱਤਾਧਾਰੀ ਤਾਂ ਕੁਦਰਤੀ ਗੱਲ ਆ ਉਹਦੇ ਬਦਲ ਦੇ ਵਿੱਚ ਥਾਂ ਥਾਂ ਦੇ ਉੱਤੇ ਉਹ ਚੀਜ਼ਾਂ ਵਾਪਰਨਗੀਆਂ ਔਰ ਉਹਦੇ ਨਾਲ ਹਾਲਾਤ ਸ਼ਾਇਦ ਜ਼ਿਆਦਾ ਖਰਾਬ ਹੋਣਗੇ। ਮੈਂ ਆਪਣੀ ਗੱਲ ਇੱਥੇ ਖਤਮ ਕਰਦਾ, ਅੱਗੇ ਤੁਸੀਂ ਇਹਦੇ ਬਾਰੇ ਆਪਣੀ ਰਾਏ ਪੇਸ਼ ਕਰ ਸਕਦੇ ਹੋ। ਜੀ ਮੈਂ ਜਾਵਾਂਗਾ ਸਿਮਰਜੀਤ ਸਿੰਘ ਮਾਨ ਹੋਣਾ ਵੱਲ, ਜਿਨ੍ਹਾਂ ਨੂੰ ਕੱਲ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਕਿਉਂਕਿ ਉਹਨਾਂ ਨੂੰ ਬਰਨਾਲਾ ਪੁਲਿਸ ਵੱਲੋਂ ਬਠਿੰਡਾ ਪੁਲਿਸ ਵੱਲੋਂ ਬਰਨਾਲਾ ਖੇਤਰ ਦੇ ਵਿੱਚ ਆ ਕੇ ਰੋਕਿਆ ਗਿਆ ਸੀ, ਇਸ ਕਰਕੇ ਸ਼ਾਇਦ ਉੱਥੋਂ ਪੁਲਿਸ ਨੂੰ ਚਕਮਾ ਦੇ ਕੇ ਜਾਂ ਪੁਲਿਸ ਨਾਲ ਉਹਨਾਂ ਦੀ ਹੱਥੋਂ ਪਾਈ ਵੀ ਹੋਈ ਹੈ, ਉੱਥੋਂ ਨਿਕਲ ਚੁੱਕੇ ਨੇ। ਪਰ ਜੇ ਆਪਾਂ ਮਾਨ ਸਾਹਿਬ ਦਾ ਇੱਕ ਜਿਹੜੀ ਮੀਡੀਆ ਨਾਲ ਗੱਲਬਾਤ ਉਹਨਾਂ ਨੇ ਕੀਤੀ ਸੀ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੇ ਨਾਲ ਸੁਖਬੀਰ ਬਾਦਲ ਨੇ ਇਸ ਮੁੱਦੇ ਦੇ ਉੱਪਰ ਗੱਲ ਨਹੀਂ ਕੀਤੀ ਤੇ ਉਹ 3 ਸਟੈਪ ਲੈਣਗੇ ਜੀ। ਪਹਿਲਾ ਸਟੈਪ ਉਹਨਾਂ ਨੇ ਕਿਹਾ ਕਿ ਉਹ ਟੈਂਕੀਆਂ ਦੇ ਉੱਤੇ ਚੜ੍ਹ ਸਕਦੇ ਨੇ, ਪਾਣੀ ਦੀਆਂ ਟੈਂਕੀਆਂ ਦੇ ਉੱਤੇ ਚੜ੍ਹ ਕੇ ਪ੍ਰੋਟੈਸਟ ਕਰਨਗੇ। ਦੂਜਾ ਸਟੈਪ ਉਹਨਾਂ ਨੇ ਕਿਹਾ ਕਿ ਉਹ ਪਾਕਿਸਤਾਨ ਚਲੇ ਜਾਣਗੇ, ਬਾਘਾ ਬਾਰਡਰ ਥਾਣੀ ਪਾਕਿਸਤਾਨ ਚਲੇ ਜਾਣਗੇ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਉਹ ਸਿਆਸੀ ਸ਼ਰਨ ਲੈਣਗੇ। ਤੇ ਤੀਸਰਾ ਉਹਨਾਂ ਨੇ ਕਿਹਾ ਕਿ ਅਗਰ ਫਿਰ ਵੀ ਸਰਬੱਤ ਖਾਲਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਆਤਮਦਾਹ ਕਰ ਦੇਣਗੇ। ਅਜੀਤ ਜੀ, ਮਾਨ ਸਾਹਿਬ ਦਾ ਇਹ ਬਿਆਨ ਕਿੰਨਾ ਕੁ ਗੰਭੀਰ, ਕਿੰਨਾ ਕੁ ਸਿਆਸੀ? ਸਿੰਘ ਸਾਹਿਬ, ਇਸ ਤਰ੍ਹਾਂ ਹੈ ਕਿ ਮਾਨ ਸਾਹਿਬ ਨੇ ਬਿਆਨ ਤਾਂ ਦਿੱਤਾ ਹੈ ਜੀ, ਪ੍ਰੋਟੈਸਟ ਕਰਨਾ ਹੱਕ ਵੀ ਸਭ ਦਾ ਹੈਗਾ। ਆਪਾਂ ਕਿਸੇ ਨੂੰ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰਦੇ ਆ ਜਾਂ ਕਿੰਨਾ ਉਸ ਚੀਜ਼ ਨੂੰ ਪ੍ਰੋਟੈਸਟ ਨੂੰ ਜਿਹੜਾ ਹੈਗਾ ਐਕਸਟ੍ਰੀਮ ਹੱਦ ਤੱਕ ਲਿਜਾਣਾ ਚਾਹੀਦਾ ਹੈ, ਉਹਦੇ ਤੇ ਤਾਂ ਕਈ ਵਾਰ ਆਪਾਂ ਕਮੈਂਟ ਕਰ ਸਕਦੇ ਹਾਂ ਜਾਂ ਆਪਣੇ ਵਿਚਾਰ ਦੇ ਸਕਦੇ ਹਾਂ, ਪਰ ਇਹ ਤਾਂ ਗੱਲ ਸਪਸ਼ਟ ਹੈ ਕਿ ਉਹਨਾਂ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਜੀ। ਪਰ ਦੇਖਣ ਵਾਲੀ ਗੱਲ ਇਹ ਹੈ, ਜਿੱਥੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਚੀਜ਼ ਚੋਂ ਉਹ ਸਾਰੀ ਜਿਹੜੀ ਸਰਬੱਤ ਖਾਲਸਾ ਕਰਨ ਦੀ ਜਿਹੜੀ ਮੂਵਮੈਂਟ ਹੈ ਇਹ, ਤੇ ਜਿਹੜਾ ਉਹ ਆਪਣੇ ਇਹ ਬਿਆਨ ਦੇ ਰਹੇ ਨੇ ਪ੍ਰੋਟੈਸਟ ਕਰਨ ਦੇ, ਇਹਦਾ ਅਸਲ ਖਾਸਾ ਕੀ ਆ? ਮੈਨੂੰ ਇਹਦੇ ਵਿੱਚ ਅਖੀਰ ਦੇ ਵਿੱਚ ਉਹੀ ਇੱਕ ਸਿਆਸੀ ਖਾਸਾ ਨਜ਼ਰ ਆਉਂਦਾ। ਇਹਦੇ ਵਿੱਚ ਇੱਕ ਸਿਆਸਤ ਹੈ। ਨਹੀਂ ਤਾਂ ਜੇ ਉਹਨਾਂ ਨੂੰ ਨਹੀਂ ਵੀ ਕੀਤਾ ਗਿਆ ਤਾਂ ਗੱਲ ਤਾਂ ਇਹ ਹੈ ਕਿ ਜਿਹੜੇ ਮਸਲੇ ਨੇ ਸਿੱਖ ਜਗਤ ਦੇ, ਉਹਨਾਂ ਨੂੰ ਲੋਕਾਂ 'ਚ ਲਿਆਉਣ ਦਾ ਤਰੀਕਾ ਕਰਨਾ ਚਾਹੀਦਾ ਹੈ ਔਰ ਲੋਕਾਂ ਤੋਂ ਪੁੱਛਣਾ ਚਾਹੀਦਾ ਕਿ ਆਪ ਇਸ ਮਸਲਿਆਂ ਦੇ ਹੱਲ ਲੱਭਣੇ ਨੇ ਜਿਹੜੇ, ਕਿਆ ਉਹ ਸਰਕਾਰ ਨੂੰ ਉਹਨਾਂ ਨੂੰ ਮਸਲਿਆਂ ਨੂੰ ਹੱਲ ਲੱਭਣ ਤੋਂ ਰੋਕਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ। ਸੋ ਇਸ ਗੱਲ ਦੇ ਵਿੱਚ ਗੱਲਾਂ ਜਿਹੜੀਆਂ ਦੱਸ ਦਿੰਦੀਆਂ ਨੇ ਕਿ ਜਿਹੜਾ ਅਸਲੀ ਮਕਸਦ ਹੈ ਉਹ ਸਿਆਸੀ ਬਣ ਜਾਂਦਾ ਹੈ, ਨਾ ਕਿ ਮਸਲਿਆਂ ਦਾ ਜਿਹੜਾ ਹੱਲ ਹੈ। ਸੋ ਜਦੋਂ ਉੱਥੇ ਆਉਂਦਾ ਤਾਂ ਸਾਰੇ ਚੀਜ਼ ਦਾ ਪਰਸਪੈਕਟਿਵ ਹੀ ਬਦਲ ਜਾਂਦਾ ਹੈ। ਜੇ ਹੁਣ ਅਸੀਂ ਸਿਆਸੀ ਮਸਲੇ ਨੂੰ ਲੈ ਕੇ ਜਾਣਾ ਤਾਂ ਪਾਕਿਸਤਾਨ ਦਾ ਜਿਹੜੀ ਅਸਾਈਲਮ ਲੈਣ ਵਾਲੀ ਗੱਲ ਹੈ ਉਹ ਬਿਲਕੁਲ ਜਿਹੜੀ ਹੈਗੀ ਉਹ ਤਰਕ ਸੰਗਤ ਨਹੀਂ ਹੈਗੀ। ਤੁਸੀਂ ਲੜਾਈ ਇੱਥੇ ਲੜਨੀ ਹੈ ਤੇ ਪਾਕਿਸਤਾਨ ਅਸਾਈਲਮ ਲੈ ਕੇ ਤੁਸੀਂ ਕੀ ਕਰ ਸਕਦੇ ਹੋ? ਉੱਥੇ ਬੈਠੇ ਪਹਿਲਾਂ ਵੀ ਕਈ ਸਿੰਘ ਨੇ ਜਿਨ੍ਹਾਂ ਬਾਰੇ ਪਤਾ ਲੱਗਦਾ ਉਹ ਪਾਕਿਸਤਾਨ 'ਚ ਬੈਠੇ ਸੀ ਜਾਂ ਬੈਠੇ ਹੋਣਗੇ,
ਕਿੰਨਾ ਕੁਝ ਆਪਾਂ ਪ੍ਰਾਪਤ ਕਰ ਲਿਆ? ਕੋਈ ਬਹੁਤ ਪ੍ਰਾਪਤੀ ਨਹੀਂ ਨਜ਼ਰ ਆਉਂਦੀ ਹੈਗੀ, ਕਿਉਂਕਿ ਦੂਜੀਆਂ ਸਰਕਾਰਾਂ ਨੇ ਕਿਸੇ ਨੇ ਕੁਝ ਨਹੀਂ ਕਰਕੇ ਦੇਣਾ। ਜਿੰਨਾ ਕੋ ਕਰਦੇ ਨੇ ਉਹਨਾਂ ਦੇ ਆਪਣੇ ਜਿਹੜੇ ਹੈਗੇ ਇੰਟਰਸਟ ਹੁੰਦੇ ਨੇ, ਜੇ ਉਹ ਆਪਣੇ ਇੰਟਰਸਟ, ਔਰ ਇਹ ਹਰ ਸਰਕਾਰ ਦਾ ਹੁੰਦਾ, ਕੱਲੀ ਪਾਕਿਸਤਾਨ ਦੇ ਨਹੀਂ, ਚਾਹੇ ਇੰਡੀਆ ਹੋਵੇ ਚਾਹੇ ਚਾਈਨਾ ਹੋਵੇ, ਕੋਈ ਹੋਵੇ, ਉਹਨਾਂ ਨੇ ਆਪਣੇ ਇੰਟਰਸਟ ਪਾਲਣੇ ਹੁੰਦੇ ਨੇ ਦੂਜੇ ਮੁਲਕ ਦੇ ਬੰਦਿਆਂ ਦੇ ਨਾਲ। ਜੇ ਨਹੀਂ ਪਾਲਦੇ ਤਾਂ ਉਹ ਕੁਝ ਨਹੀਂ ਕਰਨ ਨੂੰ ਤਿਆਰ ਹੁੰਦੇ, ਆਪਣੀ ਮਦਦ ਬੰਦ ਕਰ ਦਿੰਦੇ ਨੇ। ਸੋ ਸਾਰੀ ਗੱਲ ਦਾ ਜਿਹੜਾ, ਜਿਹਨੂੰ ਆਪਾਂ ਕਹਿ ਲਓ ਰਣ ਹੈ ਜਾਂ ਇੱਕ ਜਗ੍ਹਾ ਹੈ ਜਿੱਥੇ ਜਾ ਕੇ ਸਾਰੀ ਲੜਾਈ ਲੜਨੀ ਪੈਣੀ, ਉਹ ਇਹੀ ਪੰਜਾਬ ਹੈ ਜੀ। ਸੋ ਅਪਰੋਚ ਜਦੋਂ ਅਸੀਂ ਪੋਲੀਟੀਕਲ ਅਪਣਾਉਂਦੇ ਆ ਤਾਂ ਉਹ ਜੇ ਸ਼ੱਕ ਪੈਂਦਾ ਕਿ ਸਾਡੇ ਨਿਸ਼ਾਨੇ ਵੀ ਪੋਲੀਟੀਕਲ ਹੈ, ਤੇ ਜਦੋਂ ਅਸੀਂ ਪੋਲੀਟੀਕਲ ਨਿਸ਼ਾਨਿਆਂ ਲੈ ਕੇ ਤੁਰਦੇ ਆ ਤੇ ਉਹਦੇ ਉੱਤੇ ਕੋਈ ਪਰਦਾ ਹੋਰ ਧਾਰਮਿਕ ਪਾਉਣਾ ਚਾਹੁੰਦੇ ਆ, ਜਿਹੜੇ ਜਿਸ ਤਰ੍ਹਾਂ ਦੀ ਗੱਲਾਂ ਪਹਿਲਾਂ, ਅੱਜ ਤੋਂ ਬਹੁਤ ਦੇਰ ਪਹਿਲਾਂ ਅਕਾਲੀ ਦਲ ਵੀ ਕਰਦਾ ਰਿਹਾ ਹੈ, ਤਾਂ ਉਹਦੇ ਨਾਲ ਸਹੀ ਪ੍ਰਾਪਤੀਆਂ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਜੀ ਸੀਪੀ ਜੀ, ਮਾਨ ਸਾਹਿਬ ਨੇ 3 ਸਟੈਪ ਕਹੇ ਨੇ, ਮੈਨੂੰ ਸਮਝ ਵੀ ਨਹੀਂ ਆਈ ਕਿ ਉਹ ਕਿੱਦਾਂ ਇਹ ਕਰਨਗੇ। ਕਿ ਟੈਂਕੀਆਂ ਤੇ ਚੜ੍ਹ ਕੇ ਉਹ ਕਹਿੰਦੇ ਕਿ ਅਸੀਂ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹ ਕੇ ਪ੍ਰੋਟੈਸਟ ਕਰਾਂਗੇ, ਪਾਕਿਸਤਾਨ ਚਲੇ ਜਾਵਾਂਗੇ ਤੇ ਉੱਥੇ ਜਾ ਕੇ ਸ਼ਰਨ ਲੈ ਲਾਂਗੇ। ਤੀਸਰਾ ਉਹਨਾਂ ਨੇ ਕਿਹਾ ਕਿ ਅਗਰ ਫਿਰ ਵੀ ਗੱਲ ਨਹੀਂ ਬਣੀ ਤਾਂ ਮੈਂ ਆਤਮਦਾਹ ਕਰ ਦੇਵਾਂਗਾ। ਕੀ ਲੱਗਦਾ? ਕੁਲਵੀਰ ਜੀ, ਲੱਗਦਾ ਤਾਂ ਇਹੀ ਹੈ ਕਿ ਮਾਨ ਸਾਹਿਬ ਦੀ ਜੋ ਹੁਣ ਸਥਿਤੀ ਹੈ ਉਹ ਬੜੀ ਅਜੀਬ ਜੀ ਹੋ ਚੁੱਕੀ ਹੈ, ਕਿਉਂਕਿ ਦੇਖੋ ਬਿਲਕੁਲ ਅੱਗੇ ਹੋ ਕੇ ਸਰਬੱਤ ਖਾਲਸਾ ਕੰਡਕਟ ਕਰਨ ਦੇ ਵਿੱਚ ਮੋਹਰੀ ਬਣੇ ਹੋਏ ਸੀਗੇ। ਚਲੋ ਠੀਕ ਹੈ, ਪਰਮਿਸ਼ਨ ਨਹੀਂ ਮਿਲੀ ਸਰਕਾਰ ਵੱਲੋਂ, ਬਹੁਤ ਇੱਦਾਂ ਦੀਆਂ ਗੱਲਾਂ ਹੋਈਆਂ, ਉਹਨਾਂ ਨੂੰ ਬਰਨਾਲੇ ਦੇ ਵਿੱਚ DSP ਤਪਾ ਮੰਡੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪੂਰਾ ਇੱਕ ਐਪੀਸੋਡ ਹੋਇਆ। ਪਰ ਉਸ ਤੋਂ ਬਾਅਦ ਜਦੋਂ ਅਸੀਂ ਇੱਦਾਂ ਦੇ ਬਿਆਨ ਦਿੰਦੇ ਹਾਂ ਕਿ ਅਸੀਂ ਟੈਂਕੀਆਂ ਤੇ ਚੜ੍ਹ ਜਾਵਾਂਗੇ, ਪਲੱਸ ਅਸੀਂ ਪਾਕਿਸਤਾਨ ਚਲੇ ਜਾਵਾਂਗੇ, ਬੜਾ ਹਾਸੋਹੀਣਾ ਲੱਗਿਆ ਮੈਨੂੰ। ਪਾਕਿਸਤਾਨ ਜਾ ਕੇ ਕੀ ਹੋਏਗਾ? ਫਿਰ ਉਹੀ ਗੱਲ ਆ ਜਾਂਦੀ, ਬਾਰ-ਬਾਰ ਅਸੀਂ ਹਰ ਇੱਕ ਕੁਐਸਚਨ ਦੇ ਆਨਸਰ ਦੇ ਵਿੱਚ ਰਿਪੀਟ ਕਰ ਰਹੇ ਹਾਂ। ਪੋਲੀਟੀਕਲ ਰੰਗਤ ਦੇ ਵਿੱਚ ਰੰਗਿਆ ਹੋਇਆ ਸਰਬੱਤ ਖਾਲਸਾ ਲੱਗਦਾ ਸੀ ਕਿ ਲੱਗਦਾ ਹੈ ਹੀ, ਹਾਲੇ ਤਾਂ ਹੋਣਾ ਵੀ ਹੈ ਜਾਂ ਨਹੀਂ ਹੋਣਾ, ਹਾਲੇ ਤਾਂ ਫਿਊਚਰ ਦੀ ਗੱਲ ਹੈ। ਲੇਕਿਨ ਅਲਟੀਮੇਟਲੀ ਉਹੀ ਗੱਲ ਸਾਰੀ ਕਲੀਅਰ ਹੋ ਜਾਂਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਹੀ ਕਿਉਂ, ਇਹ ਕੁਐਸਚਨ ਆ ਰਿਹਾ ਹੈ, ਬਾਰ-ਬਾਰ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ, ਕਿਉਂ ਉਹ ਅੱਗੇ ਆ ਰਹੇ ਨੇ। ਕੁਲਜੀਤ ਜੀ, ਮੈਨੂੰ ਤਾਂ ਮਤਲਬ ਹੋਰ ਸਾਰੀਆਂ ਗੱਲਾਂ ਕਾਫੀ ਡਿਟੇਲ ਦੇ ਵਿੱਚ ਹੋ ਚੁੱਕੀਆਂ। ਇੱਕ ਮੈਂ ਨਟਸ਼ੈਲ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਪੋਲੀਟੀਕਲ ਫਰਕ ਪੂਰੀ ਤਰ੍ਹਾਂ ਇਸ ਸਰਬੱਤ ਖਾਲਸਾ ਦੇ ਚੜੀ ਹੋਈ ਹੈ। ਉਹਦਾ ਹੁੰਦਾ ਨਹੀਂ ਹੁੰਦਾ, ਇਹਦਾ ਅਸਰ ਤਾਂ ਚਲੋ ਬਾਅਦ ਚ ਅਸੀਂ ਫਿਰ ਡਿਬੇਟ ਚ ਡਿਸਕਸ ਕਰ ਲਵਾਂਗੇ, ਪਰ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਪੋਲੀਟੀਕਲ ਕਲਰ ਦੇ ਵਿੱਚ ਰੰਗ ਚੁੱਕਿਆ। ਜੀ ਟਾਂਡੀ ਸਾਹਿਬ। ਹੈਲੋ ਜੀ। ਹਾਂਜੀ ਟਾਂਡੀ ਸਾਹਿਬ, ਮਾਨ ਸਾਹਿਬ ਦਾ ਬਿਆਨ ਜੀ। ਬਿਆਨ ਦੇਖੋ ਜੀ, ਮੈਂ ਤਾਂ ਕਹਿੰਦਾ ਜਿਹੜਾ ਉਹ ਕਹਿ ਰਹੇ ਨਾ, ਤੇ ਮੈਨੂੰ ਤਾਂ ਚੰਗਾ ਲੱਗਾ। ਜੇ ਮਾਨ ਸਾਹਿਬ ਬਾਰਡਰ ਕ੍ਰਾਸ ਕਰ ਜਾਂਦੇ ਆ, ਉੱਥੇ ਤੱਕ ਪਹੁੰਚ ਜਾਂਦੇ ਆ ਜੀ, ਇੰਟਰਨੈਸ਼ਨਲੀ ਸਾਰਾ ਸੰਦੇਸ਼ ਜਾਊਗਾ ਵਰਲਡ ਨੂੰ ਜੀ। ਪਾਕਿਸਤਾਨ ਨੇ ਮੈਰਿਜ ਐਕਟ ਦੇ ਆਧਾਰ ਦੇ ਉੱਤੇ ਮੈਰਿਜ ਸਿੱਖ ਨੂੰ ਇੱਕ ਵੱਖਰੀ ਕੌਮ ਕਿਹਾ। ਪਾਕਿਸਤਾਨ ਨੇ ਇੱਕ ਜਿੱਦਾਂ ਵੀ ਬਹੁਤ ਵੱਡੀ ਗੱਲ ਕੀਤੀ ਸੀ ਪਾਕਿਸਤਾਨ ਨੇ, ਇਹ ਇੰਡੀਆ ਦੇ ਵਿੱਚ ਨਹੀਂ ਅਜੇ ਹੋਇਆ ਇਹ ਕੰਮ ਜੀ। ਤੇ ਮੈਂ ਕਹਿੰਦਾ ਵੀ ਜੇ ਇਹ ਮਾਨ ਸਾਹਿਬ ਉੱਥੇ ਚਲ ਜਾਂਦੇ ਆ, ਮੇਰੇ ਹਿਸਾਬ ਨਾਲ ਮਾਨ ਸਾਹਿਬ ਜੋ ਕੁਝ ਵੀ ਕਰ ਰਹੇ, ਆਤਮਿਕ ਦੀ ਗੱਲ ਕੀਤੀ ਉਹਨੇ, ਆਤਮ ਹੱਤਿਆ ਦੀ ਕੀਤੀ ਗੱਲਬਾਤ, ਆਤਮਦਾਹ ਦੀ ਜੀ, ਆਤਮਦਾਹ ਦੀ, ਉਹ ਕਰ ਸਕਦੇ ਆ। ਉਹ ਜਿੱਦਾਂ ਪਹਿਲਾਂ ਉਹਨੇ ਕਈ ਕੁਛ ਹੀ ਮਤਲਬ ਕੀਤਾ ਵੀ ਅੱਗੇ ਕੌਮ ਲਈ ਬਹੁਤ ਕੁਛ ਕੀਤਾ, ਏਦਾਂ ਦੀ ਗੱਲ ਹੋ ਸਕਦੀ ਆ ਵੀ ਜੇ ਸਰਬੱਤ ਖਾਲਸਾ ਹੋਣ ਦਿੰਦੇ ਤਾਂ। ਤੁਹਾਨੂੰ ਟਾਂਡੀ ਸਾਹਿਬ ਇਹ ਕਿਉਂ ਨਹੀਂ ਲੱਗਦਾ ਕਿ ਇਹ ਰਾਜਨੀਤੀ ਤੋਂ ਪ੍ਰਭਾਵਿਤ ਵੀ ਹੋ ਸਕਦਾ ਬਿਆਨ? ਮੈਨੂੰ ਲੱਗਦਾ ਜੇ ਮਾਨ ਸਾਹਿਬ ਨੂੰ ਬਾਰਡਰ ਤੱਕ ਜਾਣ ਦੇਣ ਇੱਕ ਵਾਰੀ, ਬਾਹਰਲੇ ਸਿੱਖਾਂ ਦੇ ਵਿੱਚ ਇੰਨਾ ਗੁੱਸਾ ਰੁਝਾਨ ਭਰਿਆ ਪਿਆ ਇੰਡੀਅਨ ਗੌਰਮੈਂਟ ਦੇ ਥਰੂ, ਬਹੁਤ ਜ਼ਿਆਦਾ ਜਿੱਦਾਂ ਬਈ ਪੱਖੀ ਆ ਲੋਕ ਜਿਹੜੇ ਬਾਹਰਲੇ ਬੈਠੇ ਖਾਲਿਸਤਾਨੀ ਹੈ, ਉਹਨਾਂ ਦਾ ਪੇਸ਼ ਨਹੀਂ ਜਾ ਰਹੀ, ਬਾਹਰ ਲੋਕ ਲਾਇਓ ਆ, ਕਾਲੀਆਂ ਸੂਚੀਆਂ 'ਚ ਪਾਇਓ ਆ, ਤੇ ਮਾਨ ਸਾਹਿਬ ਨੂੰ ਵੀ ਇੱਧਰ ਕੈਨੇਡਾ ਦੇ ਵਿੱਚ ਨਹੀਂ ਆਉਣ ਦਿੰਦੇ। ਵੀ ਮਾਨ ਸਾਹਿਬ ਜੇ ਬਾਰਡਰ ਕ੍ਰਾਸ ਕਰਦੇ ਆ ਤੇ ਪਾਕਿਸਤਾਨ ਤਾਂ ਚਾਹੂਗਾ ਹੀ। ਇਸ ਵੇਲੇ ਇੰਡੀਆ ਦੇ ਵਿੱਚ ਬਹੁਤ ਕੁਛ ਗੜਬੜ ਹੋਈ ਆ, ਲੜਾਈ ਲੱਗੀ ਹੋ ਆਪਸ ਵਿੱਚ ਮੁਲਕਾਂ ਦੀ, ਇੱਕ ਦੂਜੇ ਦਾ ਖਹਿਬਾਜੀ ਆ, ਉਹਨਾਂ ਨੂੰ ਤਾਂ ਇੱਕ ਮੁੱਦਾ ਮਿਲ ਜਾਣਾ, ਤੇ ਪਰ ਮਾਨ ਸਾਹਿਬ ਨੂੰ ਵੀ ਫਾਇਦਾ ਹੋਊਗਾ, ਬਾਹਰਲੇ ਸਿੱਖਾਂ ਨੂੰ ਵੀ ਫਾਇਦਾ ਹੋਊਗਾ, ਇਹਦੇ ਵਿੱਚ ਇੰਟਰਨੈਸ਼ਨਲੀ ਸੰਦੇਸ਼ ਜਾਊਗਾ ਵੀ ਪਰ ਪੰਜਾਬ ਹੋ ਕੀ ਰਿਹਾ। ਜਦੋਂ ਆਪਾਂ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ, ਅਸੀਂ ਚਿੰਤਨ ਕਰਦੇ ਹਾਂ ਪੰਜਾਬ ਦੇ ਸਿੱਖਾਂ ਦਾ ਟਾਂਡੀ ਸਾਹਿਬ, ਤੇ ਪੰਜਾਬ ਦੇ ਸਿੱਖਾਂ ਨੂੰ ਕੀ ਫਾਇਦਾ ਹੋਊਗਾ?
ਦੇਖੋ ਜੀ, ਪੰਜਾਬ ਦੇ ਸਿੱਖਾਂ ਦਾ ਵੀ ਇਹੀ ਆ ਨਾ ਵੀ ਸਾਡਾ ਜਿਹੜਾ ਮੱਕਾ ਜਿੱਦਾਂ ਕਹਿ ਲਓ ਦਰਬਾਰ ਸਾਹਿਬ ਇਸ ਵੇਲੇ ਉਹ ਜਿੱਦਾਂ ਵੀ ਕਹਿ ਲਓ ਵੀ ਇੱਕ ਤਰ੍ਹਾਂ ਦਾ ਹਨਾ, ਜਿੱਦਾਂ ਆਪਾਂ ਪਿੱਛੇ ਗਿਆ ਮਸੰਦ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਵੀ ਲੂਈ ਸਿੱਧ ਹੁਣ ਮਹਾਨਤਾ ਦਾ ਕਬਜ਼ਾ ਤੋਂ ਛਡਾਇਆ, ਇਸ ਵੇਲੇ ਉਹ ਮਹਾਨਤਾ ਦਾ ਹੀ ਕਬਜ਼ਾ ਆ। ਹੁਣ ਜਥੇਦਾਰ ਸਾਹਿਬ ਚਾਬੀ ਦੇ ਕੇ ਜਿੱਦਾਂ ਵੀ ਨਿਕਲਦੇ ਆ, ਜਿੱਦਾਂ ਲਿਫਾਫੇ ਦੇ ਵਿੱਚੋਂ ਜਥੇਦਾਰ ਨਿਕਲਦੇ, ਚਾਬੀ ਦੇ ਕੇ ਜਥੇਦਾਰ ਨੂੰ ਗੁਰਪਾਲ ਸਿੰਘ ਡੂੰਗਰ ਦੀ ਗੱਲ ਕਰੀਏ ਤਾਂ ਉਹ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਨੇ ਕਹਿਣਾ ਉੱਦਾਂ ਹੀ ਚੱਲਣਾ। ਸਿੱਖ ਕੌਮ ਨੂੰ ਕੀ ਮਿਲਦਾ ਉਹਦੇ ਵਿੱਚੋਂ? ਮੈਂ ਤਾਂ ਇਹ ਕਹਿੰਦਾ ਵੀ ਇਹ ਜਿਹੜਾ ਸਰਬੱਤ ਖਾਲਸਾ ਹੋਣਾ, ਮੈਂ ਭਾਈ ਸਾਹਿਬ ਦੇ ਨਾਲ ਨਹੀਂ ਸਹਿਮਤ। 200 ਏਕੜ ਦੇ ਵਿੱਚ ਕਿਉਂ ਨਹੀਂ ਕਰਾਉਣਾ ਸੀ? ਪਹਿਲਾਂ 30 ਏਕੜ ਸੀਗੇ। ਕੁਛ ਨਾ ਕੁਛ ਤਾਂ ਹੋਊਗਾ ਨਾ ਪੰਜਾਬ ਦੇ ਵਿੱਚ, ਅੰਦਰ ਗਤੀ ਕੋਈ ਰੋਹ ਹੋਊਗਾ। ਅਜੇ ਵੀ ਗੁੱਸਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਲੋਕਾਂ ਦੇ ਥਰੂ, ਵੀ ਜਿੱਦਾਂ ਵੀ ਕਹਿ ਲਓ ਅਜੇ ਵੀ ਬੇਅਦਬੀ ਹੋ ਰਹੀ ਆ। ਕੀ ਇਨਸਾਫ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦਾ? ਜੇ ਗੁਰੂ ਸਾਹਿਬ ਦੀ ਬੇਇੱਜ਼ਤੀ ਆ, ਉਹ ਬੇਇੱਜ਼ਤੀ ਸਿੱਖ ਦੀ ਬੇਇੱਜ਼ਤੀ ਕਰ ਰਹੇ ਆ, ਚਾਹੇ ਕੋਈ ਵੀ RRS ਕਰ ਰਹੀ ਜਾਂ ਕੋਈ ਵੀ ਉੱਥੇ ਜਥੇਬੰਦੀ ਕਰ ਰਹੀ ਆ, ਉਹ ਸਿੱਖ ਦੀ ਬੇਇੱਜ਼ਤੀ ਆ, ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਆ। ਤਾਂ ਇਸ ਕਰਕੇ ਮੈਂ ਕਹਿੰਦਾ ਅਜੇ ਵੀ ਗੁੱਸਾ ਹੈਗਾ ਲੋਕਾਂ ਦੇ। ਬੇਇੱਜ਼ਤੀ ਨਹੀਂ ਜੀ, ਆਪਾਂ ਬੇਅਦਬੀ ਲਫ਼ਜ਼ ਯੂਜ਼ ਕਰ ਸਕਦੇ। ਟਾਂਡੀ ਸਾਹਿਬ ਮਾਫ ਕਰਨਾ। ਹਾਂਜੀ, ਮੈਂ ਮਾਫੀ ਚਾਹੁੰਦਾ। ਬੇਅਦਬੀ ਉਹ ਇੱਕ ਸਿੱਖ ਦੀ ਵੀ ਆ, ਜਿੱਦਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਨਾਲ ਸਾਨੂੰ ਸਮਝੇ ਕੁਛ ਨਹੀਂ, ਉਹ ਜਿੱਦਾਂ ਵੀ ਕੁਛ ਵੀ ਉਹ ਜਿੱਦਾਂ ਕਹਿ ਲਓ ਨਾ ਸਾਡਾ ਘਰ ਆ ਨਾ ਦਾਰ ਆ, ਤੇ ਨਾ ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਨਸਲੀ ਜਿੱਦਾਂ ਵੀ ਕਹਿ ਲਓ ਹਮਲੇ ਹੁੰਦੇ ਸਿੱਖਾਂ ਤੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਨੂੰ ਤਾਂ ਲੱਗਦਾ ਕਿ ਜੇ ਉਹ ਪਾਕਿਸਤਾਨ ਚਲ ਜਾਣ ਤੇ ਕੁਛ ਨਾ ਕੁਛ ਜਿੱਦਾਂ ਵੀ ਪ੍ਰਾਪਤੀ ਹੋਊਗੀ ਸਿੱਖ ਤੇ। ਮੈਂ ਤਾਂ ਮੈਨੂੰ ਵਿਸ਼ਵਾਸ ਆ, ਮੈਨੂੰ ਬਲੀਵ ਆ ਵੀ ਏਦਾਂ ਹੋ ਜਾਵੇ ਤਾਂ ਠੀਕ ਆ। ਜੇ ਰਾਜਨੀਤਿਕ ਬਿਆਨ ਆ ਫਿਰ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਜੇ ਉਹ ਸੱਚੀ ਚਾਹੁੰਦੇ ਆ ਵੀ ਏਦਾਂ ਕੁਛ ਕਰਨਾ, ਵੀ ਪਹਿਲਾਂ ਵੀ ਉਹਨੇ ਬਹੁਤ ਕੁਛ ਕੀਤਾ ਆਪਣੇ ਗੜ੍ਹ ਸਾਹਿਬ ਮਾਨ ਸਾਹਿਬ ਦੇ ਵਿੱਚ, ਉੱਥੇ ਹੀ ਖੜੇ ਆ ਉਹ, ਖਾਲਿਸਤਾਨ ਦੇ ਮੁੱਦੇ ਤੇ ਖੜੇ ਆ। ਜੇ ਉੱਥੇ ਗੜ੍ਹ ਸਾਹਿਬ ਤਾਂ ਉਹ ਕਰ ਸਕਦੇ ਆ ਮੇਰੇ ਹਿਸਾਬ ਦੇ ਨਾਲ। ਤੇ ਮੈਂ ਤਾਂ ਇਹ ਕਹਿੰਦਾ ਵੀ ਇਹ ਮੈਂ ਏਦਾਂ ਨਹੀਂ ਸਹਿਮਤ। ਕੁਛ ਨਾ ਕੁਛ ਤਾਂ ਹੈਗਾ ਲੋਕਾਂ ਦੇ ਵਿੱਚ, ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਕਿਸੇ ਵੀ ਚੀਜ਼ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਪ੍ਰਕਾਸ਼ ਸਿੰਘ ਬਾਦਲ ਕਰ ਦਿੰਦੇ, ਉਹਦਾ ਮੁਜਰਮਾਂ ਨੂੰ ਫੜ ਲੈਂਦੇ ਤੇ ਕੁਛ ਹੋ ਜਾਂਦਾ। ਉਹ ਤਾਂ ਅੱਜ ਸਟਿਲ ਬੇਅਦਬੀ ਚੱਲ ਰਹੀ ਆ। ਉਹ ਹੈਗਾ ਮਨ ਦੇ ਵਿੱਚ ਕੁਛ ਨਾ ਕੁਛ ਜੀ। ਇੰਨੇ ਕੁ ਮੇਰੇ ਵਿਚਾਰ ਜੀ। ਸਤਿ ਸ੍ਰੀ ਅਕਾਲ ਜੀ। ਟਾਂਡੀ ਸਾਹਿਬ ਸਮਾਂ ਬਹੁਤ ਥੋੜਾ ਰਹਿ ਗਿਆ। ਸਵਾਲ ਕਾਫੀ ਸੀਗੇ ਕਿ ਜਿਵੇਂ ਕਿ ਸਰਕਾਰ ਨੇ ਕਿਹਾ ਕਿ 1980 ਵਾਂਗ ਪੰਜਾਬ ਦੇ ਵਿੱਚ ਖਾੜਕੂਵਾਦ ਦੁਬਾਰਾ ਆ ਸਕਦਾ ਅਗਰ ਸਰਬੱਤ ਖਾਲਸਾ ਨੂੰ ਇਜਾਜ਼ਤ ਦੇ ਦਿੱਤੀ ਗਈ, ਕਿਉਂਕਿ ਇੱਥੇ ਹਾਰਡਲਾਈਨਰ ਜਿਹੜੇ ਹੈਗੇ ਨੇ ਖਾਲਿਸਤਾਨ ਪੱਖੀ ਲੋਕਾਂ ਦੀ ਜਿਹੜੀ ਗੱਲ ਜਿਹੜੀ ਜ਼ਿਆਦਾ ਹੋਵੇਗੀ, ਇਹ ਸਿੱਖਾਂ ਦੀ ਗੱਲ ਨਹੀਂ ਹੋਵੇਗੀ। ਇਸ ਤਰੀਕੇ ਦੀਆਂ ਸਰਕਾਰ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮੈਂ ਚਾਹਾਂਗਾ ਕਿ ਚਲਦੇ ਚਲਦੇ ਦਿਲਰਾਜ ਜੀ ਤੇ CP ਜੀ ਨੂੰ ਮੈਂ ਜ਼ਰੂਰ ਅਗਰ ਉਹ ਕੁਝ ਕਹਿਣਾ ਚਾਹਣ ਤੇ ਜੀ। ਕੁਲਬੀਰ ਜੀ, ਮੈਨੂੰ ਵੀ ਜੇ ਤੁਸੀਂ ਮੌਕਾ ਦੇ ਸਕੋ ਤਾਂ ਜੀ। ਮੈਂ ਸ਼ਬਦੀ ਜੀ ਤੁਹਾਡੇ ਲਈ ਮੈਂ ਸਵਾਲ ਲੈ ਕੇ ਆਵਾਂਗਾ ਜੀ ਬਾਅਦ ਦੇ ਵਿੱਚ। ਇੱਕ ਦਿਲਰਾਜ ਜੀ। ਬਿਲਕੁਲ ਕੁਲਵੀਰ ਜੀ, ਮੈਂ ਬਹੁਤਾ ਇਤਫਾਕ ਨਹੀਂ ਰੱਖਦਾ ਜਿਹੜਾ ਮਾਨ ਸਾਹਿਬ ਨੇ ਪਾਕਿਸਤਾਨ ਜਾਣ ਦਾ ਬਿਆਨ ਦਿੱਤਾ ਹੈ। ਸਾਫ਼ ਪੋਲਿਟਿਕਸ ਦੀ ਬੋ ਉਹਦੇ ਵਿੱਚ ਆਂਦੀ ਪਈ ਹੈ। ਅੱਜ ਦੀ ਡੇਟ ਵਿੱਚ ਜਦੋਂ ਇੱਕ ਪੂਰੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੰਡੀਆ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੰਡੀਆ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਪਾਕਿਸਤਾਨ ਟੈਰਰਿਜ਼ਮ ਦਾ ਗੜ੍ਹ ਬਣ ਚੁੱਕਿਆ, ਉਦੋਂ ਇਹ ਬਿਆਨ ਦੇਣਾ ਡੈਫੀਨੇਟਲੀ 100% ਉਹ ਪੋਲਿਟਿਕਸ ਕਿਤੇ ਨਾ ਕਿਤੇ ਕਰਦੇ ਪਏ ਆ ਮਾਨ ਸਾਹਿਬ। ਤੇ ਇਹਦਾ ਕੋਈ ਬਹੁਤ ਅਸਰ ਮੈਂ ਨਹੀਂ ਸਮਝਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਮਾਨ ਸਾਹਿਬ ਦੇ ਪ੍ਰਤੀ ਸਹਾਨੁਭੂਤੀ ਨਹੀਂ ਆ ਰਹੀ। ਡੈਫੀਨੇਟਲੀ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਦੀ ਡੇਟ ਵਿੱਚ ਜੋ ਇੰਡੀਆ ਦੇ ਵਿੱਚ ਮਾਹੌਲ ਚੱਲਦਾ ਪਿਆ ਪਾਕਿਸਤਾਨ ਦੇ ਖਿਲਾਫ ਹੀ ਹੈ। ਤਕਰੀਬਨ ਮੋਸਟਲੀ ਜਿਹੜੀ ਪੋਪੂਲੇਸ਼ਨ ਹੈਗੀ ਹੈ, ਤੇ ਮਾਨ ਸਾਹਿਬ ਜਿਹੜਾ ਇੱਕ ਲੋਕ ਉਹਨਾਂ ਨਾਲ ਜੁੜੇ ਹੋਏ, ਸ਼ਾਇਦ ਮੇਰੇ ਖਿਆਲ ਨਾਲ ਉਹ ਬਿਆਨ ਦੇ ਕੇ, ਏਦਾਂ ਦਾ ਬਿਆਨ ਦੇ ਕੇ ਉਹ ਲੋਕਾਂ ਤੋਂ ਵੀ ਦੂਰੀ ਬਣਾ ਲੈਣ। ਬਾਕੀ ਜੇ ਆਪਾਂ ਗੱਲ ਫਿਰ ਇੱਕ ਵਾਰੀ ਸਰਬੱਤ ਖਾਲਸਾ ਤੇ ਕਰੀਏ, ਮੈਂ ਆਪਣੀ ਗੱਲ ਰਿਪੀਟ ਕਰ ਰਿਹਾ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਵਾਰ ਸਰਬੱਤ ਖਾਲਸਾ ਹੋਣ ਲੈ ਦਿੰਦੇ। ਬਹੁਤਾ ਇਕੱਠ ਹੋਣ ਦੀ ਜ਼ਿਆਦਾ ਸੰਭਾਵਨਾ ਨਹੀਂ ਲੱਗਦੀ ਪਈ ਸੀ, ਕਿਉਂਕਿ ਬਹੁਤੀ ਅਵੇਅਰਨੈਸ ਸਰਬੱਤ ਖਾਲਸਾ ਵਾਲਾ ਗਰੁੱਪ ਨਹੀਂ ਕਰ ਸਕਿਆ ਸੀਗਾ। ਤੇ ਜੇ ਸਰਬੱਤ ਖਾਲਸਾ ਕੁਝ ਹੱਦ ਤੱਕ ਇਕੱਠ ਹੋ ਵੀ ਜਾਂਦਾ ਤਾਂ ਵੀ ਸਰਕਾਰ ਨੂੰ ਕੋਈ ਬਹੁਤ ਇੰਪੈਕਟ ਨਹੀਂ ਕਰਨਾ ਸੀਗਾ। ਪਰ ਪਤਾ ਨਹੀਂ ਕੀ ਸਟ੍ਰੈਟਜੀ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ, ਕੀ ਸਟ੍ਰੈਟਜੀ ਹੈ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦੀ, ਕੀ ਸਟ੍ਰੈਟਜੀ ਹੈ ਜਿਹੜੇ ਮੇਰੇ ਵੀਰ ਸੈਂਟਰਲ ਗਵਰਨਮੈਂਟ ਦੀਆਂ ਗੱਲਾਂ ਕਰਦੇ ਪਏ ਆ, ਕਿਸ ਸਟ੍ਰੈਟਜੀ ਦੇ ਨਾਲ ਉਹਨਾਂ ਨੇ ਸੋਚ ਕੇ ਇਹ ਸਰਬੱਤ ਖਾਲਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਬਾਕੀ ਹਜੇ ਵੀ ਦੇਖੋ ਸ਼ਾਮ ਤੱਕ ਪਤਾ ਚੱਲੇਗਾ ਕਿ ਹਾਈ ਕੋਰਟ ਕੀ ਫੈਸਲਾ ਦਿੰਦੀ ਹੈ, ਕਿਹਦੇ ਹੱਕ ਦੇ ਵਿੱਚ ਫੈਸਲਾ ਆਉਂਦਾ। ਉਸ ਤੋਂ ਬਾਅਦ ਕਾਫੀ ਹੱਦ ਤੱਕ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਾਫੀ ਹੱਦ ਤੱਕ ਸਥਿਤੀ ਕਲੀਅਰ ਦਿਖੇਗੀ ਜੀ। ਸ਼ਬਦੀਪ ਜੀ, ਮੈਨੂੰ ਲੱਗਦਾ ਕਿ ਸਾਨੂੰ ਸਾਡਾ ਜਿਹੜਾ ਟੌਪਿਕ ਹੈਗਾ
ਇਹ ਕੰਟੀਨਿਊ ਕਰ ਲੈਣਾ ਚਾਹੀਦਾ। ਇੱਕ ਬ੍ਰੇਕ ਜੇ ਤੁਸੀਂ ਇਜਾਜ਼ਤ ਦਿਓ ਤੇ ਇੱਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਬਜਾਏ ਕਿ ਆਪਾਂ ਅੱਜ ਹੋਰ ਕਿਸੇ ਟੌਪਿਕ ਤੇ ਗੱਲਬਾਤ ਕਰੀਏ, ਕਿਉਂਕਿ ਕਾਫੀ ਸਵਾਲ ਇਹਦੇ 'ਚ ਬਾਕੀ ਨੇ ਮੇਰੇ ਵੱਲੋਂ, ਜਿਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ ਚੋਂ ਛਿੱਕਣ ਦੀ ਗੱਲ ਵੀ ਕੀਤੀ ਗਈ ਆ। ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਅਪੀਲ ਕੀਤੀ ਗਈ ਸੀ ਪਰੋਲ ਦੀ 1 ਦਿਨ ਵਾਸਤੇ, ਉਹ ਵੀ ਰੱਦ ਕਰ ਦਿੱਤੀ ਗਈ ਹੈ। ਇਸ ਤਰੀਕੇ ਦੇ ਕਾਫੀ ਹੋਰ ਸਵਾਲ ਨੇ ਜਿਨ੍ਹਾਂ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਨੀ ਆ, ਤੇ ਮੈਂ ਆਪਣੇ ਸਾਥੀ ਪੈਨਲਿਸਟਾਂ ਤੋਂ ਇਜਾਜ਼ਤ ਚਾਹਾਂਗਾ ਕਿ ਕੀ ਆਪਾਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ। ਹਾਂਜੀ ਕਰ ਸਕਦੇ ਹੋ ਜੀ। ਜੀ ਬਿਲਕੁਲ, ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ। ਮੈਂ ਦਰਸ਼ਕਾਂ ਤੋਂ ਇੱਕ ਛੋਟੇ ਜਿਹਾ ਬ੍ਰੇਕ ਦੀ ਇਜਾਜ਼ਤ ਚਾਹਾਂਗਾ। ਛੋਟੇ ਜਿਹੇ ਬ੍ਰੇਕ ਦੇ ਨਾਲ ਦੁਬਾਰਾ ਇਸੇ ਗੱਲਬਾਤ ਨੂੰ ਅਸੀਂ ਅੱਗੇ ਕੰਟੀਨਿਊ ਕਰਾਂਗੇ ਜੀ। ਲੈਂਦੇ ਹਾਂ ਜੀ ਇੱਕ ਛੋਟਾ ਜਿਹਾ ਬ੍ਰੇਕ।